ਪੋਸਟਾਂ ਪਾਉਣ ਵਾਸਤੇ ਹੀ ਅਸੀਂ ਸਭ ਤੋਂ ਅੱਗੇ ਹੋ ਜਾਂਦੇ ਹਾਂ, ਲੇਕਿਨ ਜਦੋਂ ਅਸੀਂ ਆਪਣੇ ਦਿਲ ਦਾ ਹਾਲ ਕਿਸੇ ਨੂੰ ਦੱਸਣਾ ਹੋਵੇ ਜਾਂ ਪੁੱਛਣਾ ਹੋਵੇ, ਉੱਥੇ ਸਾਡੇ ਰਿਸ਼ਤੇਦਾਰ ਕਦੇ ਵੀ ਨੇੜੇ ਨਹੀਂ ਆਉਂਦੇ। ਆਰ ਯੂ ਓਕੇ ਇੱਕ ਸ਼ਬਦ ਨਹੀਂ ਹੈ, ਇਹ ਇੱਕ ਫੀਲਿੰਗ ਹੈ। ਜੇ ਅਸੀਂ ਮਹਿਸੂਸ ਕਰਦੇ ਹਾਂ ਕਿਸੇ ਨੂੰ ਪੁੱਛਣਾ ਕਿ ਵਾਕਈ ਤੂੰ ਠੀਕ ਹੈ, ਤਾਂ ਸਾਨੂੰ ਉਹਨਾਂ ਨਾਲ ਜੁੜਨਾ ਵੀ ਪੈਣਾ। We came to know कि that family is genuine or going through really hard time, cancer होया, बच्चा छोटा है, going through a lot. लग गया कि नहीं यार, let's move on, पैसे दिए थे, let's move on. Seriously, we came to a stage, I saw Pankaj when we saw him in hospital. घर आके we couldn't even sleep. But वो बंदा चल नहीं पा रहा, ਉਹ ਬੰਦਾ ਬੋਲ ਨਹੀਂ ਪਾ ਰਿਹਾ। ਇਸ ਸਟੇਟ ਦੇ ਵਿੱਚ ਹੈ ਕਿ ਸਿਰਫ ਸਾਹ ਚੱਲ ਰਹੇ ਹੈ ਔਰ ਅੱਖਾਂ ਦੀ ਮੂਵਮੈਂਟ ਹੈਗੀ ਹੈ, ਦੈਟਸ ਆਲ। ਇੱਥੇ ਡ੍ਰਿਪ ਲੱਗੀ ਹੈ, ਕਿੱਥੋਂ ਖਾਣਾ ਜਾ ਰਿਹਾ ਹੈ, ਡਾਈਪਰ ਪਾਇਆ ਹੋਇਆ, ਦਿਸ ਇਜ਼ ਨਾਟ ਲਾਈਫ। NGOs are there who provide support, ਪਰ ਇੱਕ ਜਿਹੜੀ ਜੱਫੀ ਪਾਣੀ ਹੁੰਦੀ ਹੈ ਨਾ, not organizations can do it. ਰਾਦਰ ਤੁਸੀਂ 100 ਬੰਦੇ ਨੂੰ ਆ ਰਹੀ ਹੋ ਕੇ ਕਹਿਣ ਦੀ ਬਜਾਏ 1 ਜਾਂ 2 ਬੰਦਿਆਂ ਨੂੰ ਦੇਖ ਲਓ। ਬੱਚਾ ਜਦ ਆਪਣੇ ਸਕ੍ਰੈਚ ਕਰਦਾ ਸੀ ਨਾ, ਕਿ ਐਗਜ਼ੀਮਾ ਸਕ੍ਰੈਚ ਕਰਦਾ ਸੀ, ਬਲੱਡ ਨਿਕਲਦਾ ਸੀ ਨਾ, ਆਂਸੂ ਬੰਦ ਨਹੀਂ ਹੁੰਦੇ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਨੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ। ਅੱਜ ਦਾ ਦਿਨ ਸਭ ਨੂੰ ਹੀ ਪਤਾ ਕਿ ਅੱਜ ਕੀ ਹੈ, 14 ਸਤੰਬਰ। ਆਰ ਯੂ ਓਕੇ ਦੇ ਅੱਜ ਤੁਸੀਂ ਸੋਸ਼ਲ ਮੀਡੀਆ 'ਤੇ ਪੋਸਟਾਂ ਦੇਖ ਹੀ ਰਹੇ ਹੋਗੇ ਆਪਣਿਆਂ ਦੇ ਵੱਲੋਂ। ਤੁਹਾਡੇ ਸਾਰੇ ਰਿਸ਼ਤੇਦਾਰ ਆਰ ਯੂ ਓਕੇ ਦਾ ਪੋਸਟਾਂ ਪਾਉਣ ਵਾਸਤੇ ਹੀ ਅਸੀਂ ਸਭ ਤੋਂ ਅੱਗੇ ਹੋ ਜਾਂਦੇ ਹਾਂ, ਲੇਕਿਨ ਜਦੋਂ ਅਸੀਂ ਆਪਣੇ ਦਿਲ ਦਾ ਹਾਲ ਕਿਸੇ ਨੂੰ ਦੱਸਣਾ ਹੋਵੇ ਜਾਂ ਪੁੱਛਣਾ ਹੋਵੇ, ਉੱਥੇ ਸਾਡੇ ਰਿਸ਼ਤੇਦਾਰ ਕਦੇ ਵੀ ਨੇੜੇ ਨਹੀਂ ਆਉਂਦੇ। ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਸਾਨੂੰ ਪਤਾ ਹੁੰਦਾ ਹੈ ਕਿ ਕਿੱਥੇ ਕੀ ਪ੍ਰੋਬਲਮ ਆ ਰਹੀ ਹੈ, ਕਿੱਥੇ ਕੀ ਸਮੱਸਿਆ, ਲੇਕਿਨ ਰੈਦਰ ਦੈਨ ਅਸੀਂ ਉਹਨਾਂ ਨੂੰ ਪੁੱਛੀਏ, ਅਸੀਂ ਬਾਹਰ ਜਾ ਕੇ ਚੈਰਿਟੀਆਂ ਨਾਲ ਜੁੜਦੇ ਹਾਂ, NGOs ਨਾਲ ਜੁੜਦੇ ਹਾਂ, ਲੇਕਿਨ ਉਹ NGOs ਕੰਮ ਕਿੱਦਾਂ ਕਰਦੀਆਂ ਹੈਗੀਆਂ, ਇਹ ਬਹੁਤਾਤ ਰੂਪ ਦੇ ਵਿੱਚ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ। ਪਰ ਆਰ ਯੂ ਓਕੇ ਦੇ ਵਿੱਚ ਇੱਕ ਬਹੁਤ ਵੱਡੀ ਸਟੋਰੀ ਹੈਗੀ ਹੈ। ਮੈਂ ਤੁਹਾਨੂੰ ਅੱਜ ਇੱਕ ਫੈਮਿਲੀ ਨਾਲ ਮਿਲਵਾਉਣ ਜਾ ਰਿਹਾ ਹੈਗਾ। ਕੁਝ ਸਾਲ ਪਹਿਲਾਂ ਇੱਕ ਉਰੇ ਪਰਿਵਾਰ ਆਇਆ ਸੀਗਾ ਸਟੂਡੈਂਟ ਵੀਜ਼ੇ ਦੇ ਉੱਪਰ, ਅਤੇ ਲੇਕਿਨ ਜਦੋਂ ਸਟੱਡੀ ਖਤਮ ਹੋਣ ਤੋਂ ਬਾਅਦ ਉਸ ਪਰਿਵਾਰ ਨੇ PR ਪਾਉਣ ਦੇ ਵਾਸਤੇ ਕੋਸ਼ਿਸ਼ ਕੀਤੀ, ਪੇਪਰ ਵਰਕ ਕੀਤਾ, ਤਾਂ ਪਤਾ ਲੱਗਿਆ ਕਿ ਉਸ ਪਰਿਵਾਰ ਦੇ ਇੱਕ ਜੀ ਨੂੰ ਕੈਂਸਰ ਡਾਇਗਨੋਜ਼ ਹੋਇਆ। PR ਤਾਂ ਨਹੀਂ ਪਾ ਸਕੇ ਉਹ, ਪਰ ਜੋ ਸਮੱਸਿਆਵਾਂ ਤੋਂ ਉਹ ਪਰਿਵਾਰ ਨਿਕਲਿਆ ਹੈਗਾ, ਅਤੇ ਉਸ ਪਰਿਵਾਰ ਦੀ ਹੈਲਪ ਕਿੱਦਾਂ ਹੋਈ ਹੈ, ਕਿਸ ਤਰ੍ਹਾਂ ਉਸ ਨਾਲ ਲੋਕ ਜੁੜੇ ਹੈ, NGO ਦਾ ਉਸ ਦੇ ਵਿੱਚ ਕੀ ਰੋਲ ਸੀਗਾ, ਅਸੀਂ ਅੱਜ ਸਾਰੀਆਂ ਹੀ ਗੱਲਾਂ 'ਤੇ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਜੋ ਪਤਾ ਲੱਗ ਸਕੇ ਤੁਹਾਨੂੰ ਕਿ ਆਰ ਯੂ ਓਕੇ ਇੱਕ ਸ਼ਬਦ ਨਹੀਂ ਹੈ, ਇਹ ਇੱਕ ਫੀਲਿੰਗ ਹੈ। ਜੇ ਅਸੀਂ ਮਹਿਸੂਸ ਕਰਦੇ ਹਾਂ ਕਿਸੇ ਨੂੰ ਪੁੱਛਣਾ ਕਿ ਵਾਕਈ ਤੂੰ ਠੀਕ ਹੈ, ਤਾਂ ਸਾਨੂੰ ਉਹਨਾਂ ਨਾਲ ਜੁੜਨਾ ਵੀ ਪੈਣਾ, ਰੈਦਰ ਦੈਨ ਕਿ ਅਸੀਂ ਪੋਸਟਾਂ ਪਾ ਕੇ ਆਪਣੇ ਆਪ ਨੂੰ ਜ਼ਿੰਮੇਵਾਰੀ ਤੋਂ ਖਤਮ ਕਰ ਲਈਏ, ਮੁਕਤ ਕਰ ਲਈਏ। ਮੇਰੇ ਨਾਲ ਇੱਕ ਪਰਿਵਾਰ ਜੁੜਿਆ ਜਿਹੜਾ ਉਸ ਪਰਿਵਾਰ ਦੇ ਨੇੜੇ, ਬਹੁਤ ਨੇੜੇ ਰਿਹਾ ਹੈ ਉਸ ਸਮੱਸਿਆ ਦੇ ਵਿੱਚ, ਜਦੋਂ ਉਹਨਾਂ ਨੂੰ ਕੈਂਸਰ ਹੋਇਆ ਸੀਗਾ, ਅਤੇ ਕਿੱਦਾਂ ਉਹਨਾਂ ਦੀ ਮਦਦ ਹੋਈ, ਕਿੱਦਾਂ ਕਿਹਨੇ ਕੀਤੀ ਅਤੇ ਕਿਹਨੇ ਨਹੀਂ ਕੀਤੀ। ਪੂਜਾ ਜੀ ਅਤੇ ਪੰਕਜ ਜੀ ਮੇਰੇ ਨਾਲ ਹੈ। ਇਹਨਾਂ ਤੋਂ ਹੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਉਸ ਪਰਿਵਾਰ ਦੀ ਅਸਲ ਸਟੋਰੀ, ਅਸਲ ਕਹਾਣੀ, ਅਤੇ ਉਹਦੇ ਪਿੱਛੇ NGOs ਦਾ ਵੀ ਕੀ ਰੋਲ ਸੀਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਭਾਜੀ। ਸਭ ਤੋਂ ਪਹਿਲਾਂ ਤਾਂ ਮੈਂ ਉਸ ਸਟੋਰੀ ਬਾਰੇ ਜ਼ਰੂਰ ਜਾਣਨਾ ਚਾਹੂੰਗਾ ਕਿ ਕਿੱਦਾਂ ਹੋਇਆ ਸੀਗਾ ਉਸ ਨੂੰ, ਜਿਹੜਾ ਮੁੰਡੇ ਨੂੰ ਡਾਇਗਨੋਜ਼ ਹੋਇਆ ਸੀ ਕੈਂਸਰ, ਅਤੇ ਉਸ ਤੋਂ ਬਾਅਦ ਲੋਕਾਂ ਦਾ ਕੀ ਰੋਲ ਸੀਗਾ, ਜਿਹੜੇ ਉਹਨਾਂ ਦੇ ਵਿੱਚ ਲਾਈਫ ਦੇ ਵਿੱਚ ਉਹਨਾਂ ਨਾਲ ਜੁੜੇ, ਅਤੇ ਤੁਸੀਂ ਵੀ ਕਿੱਦਾਂ ਜੁੜੇ, ਅਤੇ ਹੋਰ ਬਾਕੀ ਲੋਕ ਕਿੱਦਾਂ ਜੁੜੇ, ਅਤੇ NGOs ਵੀ ਬਹੁਤ ਸਾਰੀਆਂ ਵਿੱਚ ਅੱਗੇ ਆਈਆਂ ਸੀਗੀਆਂ, ਅਤੇ ਉਹਨਾਂ ਦਾ ਕੀ ਰੋਲ ਸੀ? ਅਸੀਂ ਜਿਵੇਂ ਫੇਸਬੁੱਕ 'ਤੇ ਸਾਰੇ ਹੁੰਦੇ ਆ, ਤਾਂ ਅਸੀਂ ਦੇਖਿਆ ਗੋ ਫੰਡ ਮੀ ਕੋਈ ਪੇਜ ਸੀਗਾ, ਅਤੇ ਉਹਦੇ ਉੱਪਰ ਐਡ ਆਈ ਅਤੇ ਲਿਖਿਆ ਹੋਇਆ ਸੀਗਾ ਕਿ ਸਪੋਰਟ ਦਿਸ ਪਰਸਨ ਐਂਡ ਆਲ। ਸੋ ਵੀ ਟਰਾਈ ਟੂ ਸਪੋਰਟ ਦੈਟ ਪਰਸਨ। ਅਤੇ ਪਹਿਲੇ ਸਾਨੂੰ ਲੱਗਿਆ ਕਿ ਦੇਰ ਆਰ ਸੋ ਮੈਨੀ ਐਡਸ ਕਮਿੰਗ ਇਨ ਦੇਅਰ ਗੋ ਫੰਡ ਮੀ ਦੇ ਉੱਪਰ, ਬਟ ਦੇਰ ਆਰ ਸਮ ਐਡਸ, ਕੋਈ ਜੈਨੂਇਨ ਐਡ ਹੁੰਦੀ ਹੈ, ਕੋਈ ਐਡ ਠੀਕ ਨਹੀਂ ਹੁੰਦੀ ਜਾਂ ਕੁਛ ਹੈਗਾ ਨਾ। ਸੋ ਦੈਨ ਵੀ ਟਰਾਈ ਟੂ ਇਨਵੈਸਟੀਗੇਟ ਇਨ ਟੂ ਇਟ। ਸੋ ਦੈਨ ਵੀ ਕਮ ਅਕਰੋਸ ਅ ਫੈਮਿਲੀ ਹੂ ਵਰ
supporting them through that page. So ਫਿਰ ਜਦ ਉਹਨਾਂ ਫੈਮਿਲੀ ਨਾਲ ਗੱਲ ਹੋਈ ਤੇ ਅਸੀਂ ਉਹਨਾਂ ਨਾਲ ਜੁੜਦੇ ਗਏ ਧੀਰੇ ਧੀਰੇ. So that family was doing a lot for them. They were doing fundraising for them of their own basically to start with. ਤੇ ਉਹਨਾਂ ਨੇ ਆਪਣੇ ਘਰ ਬੁਲਾਇਆ ਸਾਰਿਆਂ ਨੂੰ ਤੇ people ਸਾਰੇ ਗਏ ਅਸੀਂ. ਤੇ when we learned about the story, so we get emotionally attached to it. ਤੇ ਉਸ ਟਾਈਮ ਮੈਂ ਪੂਜਾ ਨਾਲ ਗੱਲ ਕੀਤੀ, ਸਾਡੇ ਦਿਮਾਗ 'ਚ ਖਿਆਲ ਆਇਆ ਕਿ ਅਗਰ it is not a small thing ਕਿ ਉਹ ਬੰਦਾ ਜਿਹੜਾ ਕਰ ਰਿਹਾ ਕਿ ਪੈਸੇ ਨਾਲ ਖਾਲੀ ਕੁਛ ਨਹੀਂ ਹੋਣਾ ਤੇ ਯੂ ਨੀਡ ਟੂ ਬੀ ਗਿਵਿੰਗ them the emotional support as well ਤੇ ਤੁਹਾਨੂੰ ਉਹਨਾਂ ਨਾਲ ਪੂਰਾ ਜੁੜਨਾ ਪੈਣਾ ਜੀ right. So at that time we start thinking about it ਤੇ then Pooja gave me some ideas ਕਿ ਕਿਵੇਂ ਕਰ ਸਕਦੇ ਹਾਂ, ਕੀ ਕਰ ਸਕਦੇ ਹਾਂ ਨਾ. So then because it was a ਲੜਕੀ ਸੀਗੀ ਤੇ ਮੇਰਾ ਇੱਕਦਮ ਇੰਨਾ ਨਹੀਂ ਸੀਗਾ and Pooja get more attached to it and then she started talking to her basically. ਜੀ ਉਹਨਾਂ ਦੇ ਹਸਬੈਂਡ ਨੂੰ ਕੈਂਸਰ ਹੋਇਆ ਸੀਗਾ. ਹਾਂਜੀ, ਉਹਨਾਂ ਦੇ ਹਸਬੈਂਡ ਨੂੰ ਕੈਂਸਰ ਹੋਇਆ ਸੀਗਾ ਐਂਡ ਪੂਜਾ ਵਿਲ ਟੈਲ ਹਰ ਮੋਰ ਡਿਟੇਲਸ ਅਬਾਊਟ ਦੈਟ ਵਨ. ਜੀ ਪੂਜਾ ਜੀ ਕੋਲ ਆ ਜੰਨੇ ਆ. ਪੂਜਾ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ, ਆਰ ਯੂ ਓਕੇ? ਆਈ ਐਮ ਓਕੇ. ਤੁਸੀਂ ਠੀਕ ਹੋ? ਆਰ ਯੂ ਓਕੇ? ਕਈ ਵਾਰੀ ਸਾਨੂੰ ਕੀ ਹੁੰਦਾ ਕਿ ਇਹ ਸ਼ਬਦ ਅਸੀਂ ਸਾਹਮਣੇ ਪੁੱਛ ਸਕਦੇ ਹਾਂ, ਲੇਕਿਨ ਅੱਜ ਦੀ ਜੋ ਮਾਹੌਲ ਬਣ ਚੁੱਕਿਆ ਹੈ ਅਸੀਂ ਸੋਸ਼ਲ ਮੀਡੀਆ ਤੇ ਜ਼ਿਆਦਾ ਇਸ ਚੀਜ਼ ਨੂੰ ਪੁੱਛਣਾ ਪਸੰਦ ਕਰਦੇ ਹਾਂ ਰੈਦਰ ਦੈਨ ਕਿ ਅਸੀਂ ਆਮਣੇ-ਸਾਹਮਣੇ ਹੋ ਕੇ ਕਿਸੇ ਦਾ ਹਾਲ ਚਾਲ ਪੁੱਛ ਸਕੀਏ. ਸੋ ਮੈਂ ਤੁਹਾਨੂੰ ਤਾਂ ਹੀ ਆਮਣੇ-ਸਾਹਮਣੇ ਪੁੱਛ ਰਿਹਾ ਵੀ ਬਿਲਕੁਲ ਜੀ. ਹਾਂਜੀ ਬਿਲਕੁਲ. ਹੁਣ ਤੁਸੀਂ ਦੱਸੋ ਪੂਜਾ ਜੀ ਕਿ ਹਾਂਜੀ ਕਿੱਦਾਂ ਤੁਸੀਂ ਜੁੜੇ, ਕਿੱਦਾਂ ਉਹਨਾਂ ਵਾਸਤੇ ਫੰਡ ਰੇਜ਼ ਕੀਤਾ, ਕਿੱਦਾਂ ਉਹਨਾਂ ਦੀ ਹੈਲਪ ਹੋਈ? ਅਸੀਂ ਜਿਸ ਤਰ੍ਹਾਂ ਪੰਕਜ ਨੇ ਕਿਹਾ ਕਿ ਅਸੀਂ GoFundMe ਦੇ ਥਰੂ ਹੀ 50 100 200 ਡਾਲਰ ਜਿੱਦਾਂ ਪਾਉਂਦੇ ਹਾਂ ਹਰੇਕ ਦੇ ਪਾਤੇ, ਬਟ ਜਿਹੜੇ ਅਨਦਰ ਕਪਲ ਦੇ ਥਰੂ ਅਸੀਂ ਮੋਰ ਕਨੈਕਟਿਡ ਹੋਏ. ਉਹਨਾਂ ਨੇ ਕਾਫੀ ਜ਼ਿਆਦਾ ਸਾਨੂੰ ਲੱਗਿਆ ਕਿ ਦੇ ਆਰ ਜੈਨੂਅਨ, ਕਿਉਂਕਿ ਸਾਨੂੰ ਨਹੀਂ ਪਤਾ 50 100 ਡਾਲਰ ਵਾਸਤੇ ਅਸੀਂ ਇੰਨੀ ਜੈਨੂਅਨ ਨਹੀਂ ਦੇਖਦੇ ਕਿ ਕੀ ਹੈ. ਠੀਕ ਹੈ ਪਾਤੇ, ਵੀ ਵਾਂਟ ਟੂ ਸਪੋਰਟ, ਪਰ ਅਗਰ ਤੁਸੀਂ ਨੈਕਸਟ ਲੈਵਲ ਤੇ ਜਾਣਾ ਯੂ ਵਾਂਟ ਟੂ ਸੀ ਕਿ ਉਹ ਜੈਨੂਅਨ ਕਿੰਨਾ ਕੁ ਹੈ. ਵੀ ਕੇਮ ਟੂ ਨੋ ਕਿ ਦੈਟ ਫੈਮਿਲੀ ਇਜ਼ ਜੈਨੂਅਨ ਔਰ ਗੋਇੰਗ ਥਰੂ ਰੀਅਲੀ ਹਾਰਡ ਟਾਈਮ. ਕੈਂਸਰ ਹੋਇਆ, ਬੱਚਾ ਛੋਟਾ ਹੈ, ਗੋਇੰਗ ਥਰੂ ਅ ਲੋਟ. ਬਹੁਤ ਕਲੋਜ਼ ਫਰੈਂਡਸ ਹੈਗੇ ਆ ਸਾਡੇ ਜਿਨ੍ਹਾਂ ਨੇ ਕਨੈਕਟ ਕੀਤਾ ਸਾਨੂੰ. ਰੀਅਲੀ ਐਪਰੀਸ਼ੀਏਟ ਹਾਊ ਦੇ took the position as a driver basically ਤੇ ਬਾਕੀ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਆ. It's a humble thing to say ਕਿ ਨਹੀਂ they didn't do anything, they did a lot and we got connected through them. ਔਰ ਕਰਦੇ this is how we got connected. ਇੱਕ ਸਟੇਜ ਤੇ ਆਏ ਅਸੀਂ ਆਫਟਰ ਕਪਲ ਆਫ ਮੰਥਸ ਔਰ ਈਅਰ ਆਈ ਵੁੱਡ ਸੇ, ਇੱਕ ਸਟੇਜ ਤੇ ਆਏ ਅਸੀਂ ਇਮੋਸ਼ਨਲੀ ਇੰਨੇ ਅਟੈਚਡ ਹੋ ਗਏ, ਇਟ ਸਟਾਰਟਡ ਟੂ ਇੰਪੈਕਟ ਅਸ. ਲੱਗਿਆ ਕਿ ਨਹੀਂ ਯਾਰ ਲੈਟਸ ਮੂਵ ਔਨ, ਪੈਸੇ ਦਈਏ ਤੇ ਲੈਟਸ ਮੂਵ ਔਨ. ਸੀਰੀਅਸਲੀ ਵੀ ਕੇਮ ਟੂ ਸਟੇਜ. ਆਈ ਸੌ ਪੰਕਜ ਵੈਨ ਵੀ ਸੌ ਹਿਮ ਇਨ ਹਸਪੀਟਲ. ਘਰ ਆ ਕੇ ਵੀ ਕੁਡਨਟ ਇਵਨ ਸਲੀਪ. ਪੰਕਜ ਗੋਟ ਇਮੋਸ਼ਨਲੀ ਰੀਅਲੀ ਅਟੈਚਡ. ਪਰਿਵਾਰ ਜਿਹੜਾ ਸੀਗਾ ਉਹ ਸਟੂਡੈਂਟ ਵੀਜ਼ੇ ਤੇ ਸੀਗਾ ਤੇ ਆਈ ਥਿੰਕ ਉਹਨੂੰ ਮੈਡੀਕੇਅਰ ਵੀ ਨਹੀਂ ਸੀਗਾ, ਕੁਝ ਵੀ ਨਹੀਂ ਸੀਗਾ. ਸਾਡੇ ਵਰਗਾ ਪਰਿਵਾਰ ਹੈਗਾ ਨਾ ਕਿ ਤੁਸੀਂ ਉਹਨਾਂ ਤੇ ਨਹੀਂ ਲੈ ਰਹੇ, ਤੁਸੀਂ ਆਪਣੇ ਤੇ ਲੈ ਰਹੇ ਹੋ ਚੀਜ਼ ਨੂੰ. ਕਿ ਸਾਡੇ ਨਾਲ ਇਹ ਹੁੰਦਾ ਕਿ ਹਾਊ could have impacted. ਇੰਨੀਆਂ ਬਲੈਸਿੰਗਸ ਕਾਊਂਟ ਕਰਦੇ ਹੋ ਈਵਨ ਤੁਸੀਂ ਦੇਖ ਕੇ ਯੂ ਸਟਾਰਟ ਕਾਊਂਟਿੰਗ ਕਿ ਅਸੀਂ ਸਾਹ ਲੈ ਰਹੇ ਹਾਂ ਨਾ, ਇਟਸ ਅਨਦਰ ਬਲੈਸਿੰਗ ਜਿਹੜੀ ਅਸੀਂ ਆਫਨ ਫॉर ਗ੍ਰਾਂਟਿਡ ਲੈਂਦੇ ਹਾਂ. ਅਸੀਂ ਚੱਲਣਾ ਫਿਰਨਾ ਅਸੀਂ ਲੱਗਦਾ ਕਿ ਹਾਂ ਇਟਸ ਨਾਰਮਲ, ਬਟ ਉਹ ਬੰਦਾ ਚੱਲ ਨਹੀਂ ਪਾ ਰਿਹਾ, ਉਹ ਬੰਦਾ ਬੋਲ ਨਹੀਂ ਪਾ ਰਿਹਾ. ਇਸ ਸਟੇਟ ਦੇ ਵਿੱਚ ਹੈ ਕਿ ਸਿਰਫ ਸਾਹ ਚੱਲ ਰਹੇ ਹੈ ਔਰ ਅੱਖਾਂ ਦੀ ਮੂਵਮੈਂਟ ਹੈਗੀ ਹੈ, ਦੈਟਸ ਆਲ. ਇੱਥੇ ਡ੍ਰਿਪ ਲੱਗੀ ਹੈ, ਕਿੱਥੋਂ ਖਾਣਾ ਜਾ ਰਿਹਾ ਹੈ, ਡਾਈਪਰ ਪਾਇਆ ਹੋਇਆ, ਦਿਸ ਇਜ਼ ਨਾਟ ਲਾਈਫ. ਕਿੰਨਾ ਉਹ ਇੱਕ ਇੰਨੀ ਹੈਪੀ ਫੈਮਿਲੀ ਸਡਨਲੀ ਆਊਟ ਆਫ ਨੋਵੇਅਰ ਕੇਮ ਟੂ ਦਿਸ ਸਟੇਜ. ਅਸੀਂ ਕਨੈਕਟਿਡ ਹੋਏ ਇਮੋਸ਼ਨਲੀ, ਇਟ ਸਟਾਰਟਡ ਟੂ ਇੰਪੈਕਟ. ਦੈਨ ਅਸੀਂ ਸੋਚਿਆ ਕਿ ਨਹੀਂ, ਅਗਰ ਅਸੀਂ ਭੱਜ ਰਹੇ ਹਾਂ, ਰੱਬ ਨਾ ਕਰੇ ਕਿ ਇਹ ਸਾਡੇ ਤੇ ਆਵੇ. ਕਦੀ ਵੀ ਕਿਸੇ ਤੇ ਵੀ ਨਹੀਂ ਆਉਣਾ ਚਾਹੀਦਾ ਕਿ ਦੁਸ਼ਮਣ ਤੇ ਵੀ ਨਾ ਆਵੇ. ਅਗਰ ਉਹ ਆਏ ਤੇ ਅਸੀਂ ਵੀ ਸ਼ੁਡਨਟ ਰਨ ਅਵੇ. ਆਪਣੇ ਆਪ ਨੂੰ ਕੀਤਾ. ਆਈ ਰਿਮੈਂਬਰ ਕਿ ਫਸਟ ਡੇ ਜਿਹੜਾ ਸੀਗਾ ਮਾਤਾ ਦੀ ਚੌਂਕੀ ਸੀਗੀ. ਆਈ ਰਿਮੈਂਬਰ ਜਦ ਹਸਪੀਟਲ ਤੋਂ ਆਏ ਪੂਰੀ ਰਾਤ ਸੋ ਨਹੀਂ ਪਾਏ, ਅਗਲੇ ਦਿਨ ਚੌਂਕੀ ਸੀਗੀ. ਮੈਂ ਪੰਕਜ ਨੂੰ ਕਿਹਾ ਵੀ ਹੈਵ ਟੂ ਗੋ, ਵੀ ਹੈਵ ਟੂ ਬੀ ਐਟ ਚੌਂਕੀ ਥਰੂ ਆਊਟ ਜਿੰਨੀ ਦੇਰ ਚੱਲ ਰਹੀ ਹੈ, ਕਿਉਂਕਿ ਅਸੀਂ ਆਪਣੇ ਆਪ ਨੂੰ ਨਹੀਂ ਉਤਾਰ ਨਹੀਂ ਪਾ ਰਹੇ ਸੀ, ਇਮੋਸ਼ਨਲੀ ਬਾਹਰ ਨਹੀਂ ਨਿਕਲ ਪਾ ਰਹੇ ਸੀ. ਐਨੀਵੇ ਉਸ ਤੋਂ ਬਾਅਦ ਅਸੀਂ ਇੰਨੇ ਕਨੈਕਟ ਹੋ ਗਏ. ਜਿਹੜੀ ਉਹ ਕਪਲ ਦੇ ਥਰੂ ਅਸੀਂ ਕਨੈਕਟਿਡ ਹੋਏ ਸੀ, ਦੇਅਰ ਕਿਡਸ ਗੋਟ ਐਂਗੇਜਡ, ਆਰ ਕਿਡਸ ਗੋਟ ਐਂਗੇਜਡ ਕਿ they started to ask, getting more engaged ਕਿ what's the next level, what's the update going on. ਉਹਨਾਂ ਨੂੰ ਅਸੀਂ ਕਹਿੰਦੇ ਨਾ ਕਿ ਪੈਸੇ ਵਾਸਤੇ ਵੀ ਦਿਲ ਚਾਹੀਦਾ ਹੁੰਦਾ, ਪਰ ਪੈਸੇ ਫਿਰ ਵੀ ਕਾਫੀ ਲੋਕ ਦੇ ਦਿੰਦੇ ਆ, wouldn't say ਕਿ ਨਹੀਂ ਦਿੰਦੇ. NGOs are there who provide support, ਪਰ ਇੱਕ ਜਿਹੜੀ ਜੱਫੀ ਪਾਣੀ ਹੁੰਦੀ ਹੈ ਨਾ, not organizations can do it. ਉਹ ਸਿਰਫ ਤੁਸੀਂ ਐਜ਼ ਅ ਇੰਡੀਵਿਜੂਅਲ ਹੀ ਕਰ ਸਕਦੇ ਹੋ.
And when you get connected with the person, only then you can do this thing. And when you saw the ਜਦ ਤੱਕ ਅਸੀਂ ਕਿਸੇ ਦੀ ਪੇਨ ਨੂੰ ਮਹਿਸੂਸ ਹੀ ਨਹੀਂ ਕਰਾਂਗੇ ਅਸੀਂ ਉਸ ਨਾਲ ਜੁੜ ਨਹੀਂ ਸਕਦੇ ਮੈਂ ਉਹੀ ਕਹਿ ਰਿਹਾ, ਜਦ ਤੁਸੀਂ ਕਿਸੇ ਦੀ ਪੇਨ ਨੂੰ ਮਹਿਸੂਸ ਕਰਦੇ ਹੋ ਨਾ ਤੇ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਇਹਦੇ ਲਈ ਕਰਨਾ ਚਾਹੀਦਾ ਹੈ, then we start calling our friends. ਜੀ ਠੀਕ ਹੈ ਨਾ, ਅਸੀਂ ਅਗਰ ਕਮ ਸੇ ਕਮ 30-40 ਫਰੈਂਡ ਨੂੰ ਕਾਲ ਕੀਤਾ ਜਿਹੜੇ ਸਾਡੇ ਫੈਮਿਲੀ ਸੀਗੀ ਜਿਨ੍ਹਾਂ ਨੇ ਸਾਨੂੰ ਇੰਟਰੋਡਿਊਸ ਕਰਾਇਆ, ਪੂਜਾ ਕਾਲ them driver, they call tirelessly their friends, their circle. We approach our circles, so we connected with 10-12 families, they start supporting them. So ਇਹਦੇ ਨਾਲ ਕੀ ਹੈ, ਜਿੱਦਾਂ ਹੁੰਦਾ ਨਾ ਪਹਿਲੇ ਉਹ ਸੀਗੇ ਉਹਨਾਂ ਨਾਲ ਅਸੀਂ ਜਿਹੜੇ 2 ਹੋਏ, then it becomes a group of 20. So we start ਟੇਕਿੰਗ ਕੇਅਰ ਆਫ ਦੇਅਰ ਨੀਡਸ, ਸਾਨੂੰ ਪਤਾ ਲੱਗ ਗਿਆ ਕਿ ਉਹਦਾ ਰੈਂਟ ਕਿਵੇਂ ਜਾਣਾ ਹੈ, ਉਹਦਾ ਖਾਣਾ ਕਿਵੇਂ ਹੋਏਗਾ, ਦੈਨ ਜਿੱਦਾਂ ਆਪਣੇ ਬੱਚਿਆਂ ਦੀ ਤੁਸੀਂ ਟੇਕ ਕੇਅਰ ਕਰਦੇ ਹੋ ਨਾ, ਯੂ ਸਟਾਰਟ ਥਿੰਕਿੰਗ ਇਨ ਦੈਟ ਪਰਸਪੈਕਟਿਵ, ਤੇ ਉੱਦਾਂ ਫਿਰ ਸਾਡਾ ਇੱਕ ਗਰੁੱਪ ਬਣ ਗਿਆ, ਦੈਨ ਵੀ ਪੀਪਲ ਸਟਾਰਟ ਸਪੋਰਟਿੰਗ ਦੈਮ ਕਿ ਕਿਸ ਤਰ੍ਹਾਂ ਆਏਗਾ, ਕਿਸ ਤਰ੍ਹਾਂ, ਜਿਵੇਂ ਆਪਣੇ ਘਰ ਦੀ ਬਜਟਿੰਗ ਕਰਦੇ ਹਾਂ ਕਿ ਇਸ ਹਫ਼ਤੇ ਕਿਹੜਾ ਖਰਚਾ ਆਉਣਾ ਹੈ, ਕੀ ਆਉਣਾ ਹੈ, ਹੁਣ ਉਹਦਾ ਖਰਚਾ ਕਿੱਦਾਂ ਹੋਏਗਾ, ਤੋ ਦੈਨ ਵੀ ਸਟਾਰਟ ਆਲ ਕੰਟਰੀਬਿਊਟਿੰਗ। ਕਈਆਂ ਨੇ ਸਾਡੇ ਤੋਂ ਜ਼ਿਆਦਾ ਵੀ ਕੀਤਾ, ਕਈਆਂ ਨੇ ਘੱਟ ਵੀ ਕੀਤਾ, ਸਾਰੇ ਮਿਲ ਕੇ ਅਸੀਂ ਸਾਰਿਆਂ ਨੇ। ਮੈਂ ਗਲਤ ਨਹੀਂ ਹੈਗਾ ਤਾਂ ਜਿੰਨਾ ਤੁਹਾਡਾ ਸਾਰਾ ਸਰਕਲ ਹੈਗਾ ਤੇ ਜਿੰਨੇ ਬਾਕੀ ਦੇ ਪਰਿਵਾਰਾਂ ਨੂੰ ਵੀ ਅਸੀਂ ਸਾਰੇ ਲਾ ਰਹੇ ਨੇ ਤਾਂ ਹਜ਼ਾਰਾਂ ਹੀ ਡਾਲਰ ਦੀ ਮਦਦ ਹੋਈ ਹੈ ਸਾਰਿਆਂ ਵੱਲੋਂ। ਹਾਂਜੀ ਹਾਂਜੀ, ਕਾਫੀ ਜ਼ਿਆਦਾ, ਮਤਲਬ ਕਿ ਉਹ ਸਾਡੀ ਆਪਾਂ ਉਹਨਾਂ ਦੀ ਮਦਦ ਕੀਤੀ ਅਰਾਊਂਡ 7-8 years ਸਾਰਿਆਂ ਨੇ ਮਿਲ ਕੇ ਜਿਹੜੀ ਕੀਤੀ ਹੈ। 7 ਤੋਂ 8 ਸਾਲ 7 ਤੋਂ 8 ਸਾਲ, ਹਾਂਜੀ। ਇੰਨੀ ਦੇਰ ਉਹ ਬੈਠਦੇ ਸੀ? ਹਾਂਜੀ ਹਾਂਜੀ। He passed away unfortunately 1.5 ਸਾਲ ਹੋਇਆ, he passed away। ਚਾਹੇ ਉਹਨੂੰ fortunately ਕਹੀਏ unfortunately ਕਹੀਏ, nobody wants to be in that life। ਜੀ ਠੀਕ ਹੈ ਨਾ, ਅਗਰ ਆਪਣੇ ਤੇ ਵੀ ਲੈ ਕੇ ਦੇਖੋ, ਬੱਚੇ ਤੇ ਵੀ ਲੈ ਕੇ ਦੇਖੋ, ਵਾਈਫ ਤੇ ਵੀ ਲੈ ਕੇ ਦੇਖੋ, nobody wants to be in that stage। ਜਿਵੇਂ ਤੁਸੀਂ ਕਿਹਾ ਨਾ ਸਟਾਰਟਿੰਗ ਵਿੱਚ ਆਰ ਯੂ ਓਕੇ ਹੈਗਾ, ਆਰ ਯੂ ਓਕੇ ਸਿਰਫ ਇੱਕ ਵਾਰੀ ਪੁੱਛ ਕੇ ਜਾਂ ਇੱਕ ਵਾਰੀ ਮਦਦ ਕਰਕੇ ਇਟਸ ਨਾਟ, ਯੂ ਨਾਟ ਮੇਕਿੰਗ ਦਾ ਚੇਂਜ ਇਨ ਦਾ ਲਾਈਫ, ਔਰ ਕੋਈ ਤੁਸੀਂ ਉਹਦੀ ਹੈਲਪ ਨਹੀਂ ਕਰ ਰਹੇ। ਹੈਲਪ ਬੰਦੇ ਦੀ ਹੈਗੀ, ਅਗਰ ਤੁਸੀਂ ਡਿਜ਼ਾਸਟਰ ਜਾਂ ਕਿਸੇ ਸਿਚੁਏਸ਼ਨ 'ਚ ਫਸ ਗਿਆ, ਉਹਨੂੰ ਇਹ ਤੋਂ ਬਾਹਰ ਕੱਢ ਕੇ ਉਹਨੂੰ ਸੈਲਫ ਸਫੀਸ਼ੀਐਂਟ ਬਣਾਉਣਾ। ਦੈਟ ਇਜ਼ ਦਾ ਮੇਨ ਥਿੰਗ ਅਬਾਊਟ ਆਰ ਯੂ ਓਕੇ, ਰਾਦਰ ਦੈਨ ਤੁਸੀਂ 100 ਬੰਦਿਆਂ ਨੂੰ ਆਰ ਯੂ ਓਕੇ ਕਹਿਣ ਦੀ ਬਜਾਏ 1 ਜਾਂ 2 ਬੰਦਿਆਂ ਨੂੰ ਦੇਖ ਲਓ, ਜਾਂ ਕਈ ਵਾਰੀ ਤੁਹਾਨੂੰ ਲੱਗਦਾ ਤੁਸੀਂ ਕਿਤੇ ਪਾਰਟੀ 'ਚ ਗਏ ਹੋ, ਬੰਦਾ ਕੋਈ ਦੁਖੀ ਲੱਗ ਰਿਹਾ ਤੁਹਾਨੂੰ, ਯੂ ਆਸਕ ਦੈਮ ਐਂਡ ਯੂ ਟਰਾਈ ਟੂ ਸੋਲਵ ਹਿਸ ਪ੍ਰੋਬਲਮ। ਅਗਰ ਉਹਦੇ ਤੁਸੀਂ ਅਗਰ ਜ਼ਿੰਦਗੀ ਵਿੱਚ 1 ਜਾਂ 2 ਬੰਦਿਆਂ ਦੀ ਲਾਈਫ 'ਚ ਵੀ ਡਿਫਰੈਂਸ ਕਰਤਾ ਨਾ, ਰਾਦਰ ਦੈਨ ਸਪੋਰਟਿੰਗ 1000 ਪੀਪਲ ਜਾਂ 500 ਪੀਪਲ, ਅਗਰ ਤੁਸੀਂ ਆਪਣੀ ਲਾਈਫ ਵਿੱਚ 2-4 ਬੰਦਿਆਂ ਦੀ ਲਾਈਫ 'ਚ ਵੀ ਡਿਫਰੈਂਸ ਕਰਤਾ ਨਾ, ਦੈਟ ਇਜ਼ ਆਈ ਥਿੰਕ ਮੋਰ ਦੈਨ ਇਨਫ। ਦੈਟ ਇਜ਼ ਮਾਈ ਓਪੀਨੀਅਨ। ਜੀ ਪੂਜਾ ਜੀ, 7-8 ਸਾਲ ਤੁਸੀਂ ਉਸ ਪਰਿਵਾਰ ਦੇ ਨਾਲ ਜੁੜੇ ਰਹੇ, ਕੁੜੀ ਦੇ ਨਾਲ ਜੁੜੇ ਰਹੇ, ਕਿ ਉਸ ਟਾਈਮ ਦੇ ਵਿੱਚ ਉਹ ਕੁੜੀ ਕਿਵੇਂ ਨਿਕਲੀ, ਕਿਸ ਦੌਰ ਚੋਂ ਨਿਕਲੀ? ਬਹੁਤ ਔਖੀ ਡਿਸਕ੍ਰਿਪਸ਼ਨ ਹੈਗੀ ਆ, ਆਈ ਸਟਿਲ ਗੈਟ ਇਮੋਸ਼ਨਲ। ਮੈਨੂੰ ਜਿੱਦਾਂ ਆਪਣੀ ਗੱਲ ਵੀ ਹੋ ਰਹੀ ਸੀਗੀ ਪਿੱਛੇ ਜੇ ਵੀ ਗੱਲ ਕਰਕੇ, ਆਈ ਗੈਟ ਵੈਰੀ ਇਮੋਸ਼ਨਲ ਸਟਿਲ। ਜਿਹੜਾ ਬੱਚਾ ਹਜੇ ਹੋਇਆ, ਉਹਨੇ ਆਪਣੇ ਫਾਦਰ ਨੂੰ ਕਦੀ ਦੇਖਿਆ ਹੀ ਨਹੀਂ। ਉਹਦੇ ਵਾਸਤੇ ਫਾਦਰ ਮੀਨਸ ਕਿ ਬੈੱਡ ਤੇ ਬੰਦਾ ਪਿਆ, ਦੈਟ ਇਜ਼ ਫਾਦਰ। ਉਹ ਬੱਚੇ ਨੇ ਕਦੀ ਖੇਲਿਆ ਹੀ ਨਹੀਂ ਉਹਦੇ ਨਾਲ, ਠੀਕ ਹੈ ਨਾ। ਛੋਟੇ ਨਾਲ ਸਕੂਲ ਜਾਂਦੀ ਸੀਗੀ, ਸਕੂਲ ਜਾ ਕੇ ਸਭ ਨੇ ਕਹਿਣਾ ਕਿ ਅੱਜ ਜੀ ਫਾਦਰਸ ਡੇ ਹੈ, ਅੱਜ ਮੇਰੇ ਫਾਦਰ ਨੇ ਇਹ ਲੈ ਕੇ ਦਿੱਤਾ, ਐਂਡ ਸ਼ੀ ਵੁੱਡ ਕਮ ਹੋਮ। ਉਹਨੇ ਆਪਣੇ ਆਪ ਨੂੰ ਡਾਰਕ ਰੂਮ ਦੇ ਵਿੱਚ ਰੱਖਣਾ ਸ਼ੁਰੂ ਕਰਤਾ। ਸ਼ੀ ਓਨਲੀ ਟਰਨ 10 ਦਿਸ ਈਅਰ। ਉਹਨੇ ਡਾਰਕ ਰੂਮ 'ਚ ਰੱਖਣਾ ਸ਼ੁਰੂ ਕਰਤਾ। ਸ਼ੀ ਵੈਂਟ ਇਨਟੂ ਡੀਪ ਡਿਪਰੈਸ਼ਨ, ਐਗਜ਼ੀਮਾ, ਫਿਜ਼ੀਕਲੀ ਇੰਪੈਕਟ ਹੋਣਾ ਸ਼ੁਰੂ ਹੋ ਗਿਆ ਉਸ ਬੱਚੇ ਤੇ। ਇਹ ਜਰਨੀ ਦੇਖੀ। ਲੁੱਕ, ਉਹ ਜਿਹੜੀ ਕੁੜੀ ਹੈ ਜਿਹਦਾ ਹਸਬੈਂਡ ਸਾਹਮਣੇ ਬੈੱਡ ਤੇ ਪਿਆ ਹੈ, ਕਿ ਪਤਾ ਨਹੀਂ ਕਿ ਵਾਟਸ ਨੈਕਸਟ, ਕਦੀ ਉੱਠਣਾ ਵੀ ਹੈ ਉਹਨੇ ਕਿ ਨਹੀਂ ਉੱਠਣਾ, ਪਰ ਕਿੰਨੀ ਦੇਰ ਉਹਨੇ ਉਹਦੇ ਨਾਲ ਰਹਿਣਾ। ਇੱਕ ਬੱਚਾ ਹੈਗਾ ਕਿ ਜਿਹਦੀ ਨੀਡਸ ਗਰੋ ਹੋ ਰਹੀ ਹੈ, ਪੈਸਾ ਚਾਹੀਦਾ, ਉਹਨੂੰ ਬਾਰ-ਬਾਰ ਕਹਿਣਾ ਕਿ ਨਹੀਂ, ਉਹ ਲਾਈਫ ਇਜ਼ ਨਾਟ ਦਿਸ। ਇਸ ਤੋਂ ਵੱਡੇ ਵੀ ਦੁੱਖ ਹੈ। ਆਮ ਨਾਟ ਸੇਇੰਗ ਕਿ ਦਿਸ ਇਜ਼ ਦ ਐਂਡ ਆਫ ਦ ਸਟੋਰੀ, ਇਹ ਵੱਡੇ ਦੁੱਖ ਨਹੀਂ ਹੈ, ਪਰ ਬਹੁਤ ਛੋਟਾ ਨਹੀਂ ਹੈ ਦੁੱਖ। ਦਿਸ ਇਜ਼ ਰੀਅਲੀ ਬਿਗ ਟੂ ਮੀ। ਅਸੀਂ ਉਹਨੂੰ ਛੋਟੀ ਜਰਨੀਜ਼ ਵੀ ਦੇਖੀਆਂ। ਬੱਚਾ ਜਦ ਆਪਣੇ ਸਕ੍ਰੈਚ ਕਰਦਾ ਸੀ ਨਾ, ਕਿ ਐਗਜ਼ੀਮਾ ਸਕ੍ਰੈਚ ਕਰਦਾ ਸੀ, ਬਲੱਡ ਨਿਕਲਦਾ ਸੀ ਨਾ, ਆਂਸੂ ਬੰਦ ਨਹੀਂ ਹੁੰਦੇ ਸੀ। ਇਹ ਛੋਟੇ ਬੱਚੇ ਦੀ, ਕਿਉਂਕਿ ਡਾਕਟਰਸ ਕੋਲ ਜਾ ਰਹੀ ਹੈ, ਪਰ ਡਾਕਟਰ ਕਹਿ ਰਿਹਾ ਕਿ ਓਕੇ ਮੈਡੀਸਨ ਕਿੰਨੇ ਸਟੀਰੋਇਡ ਲਏਗੀ ਬੱਚਾ, ਉਹ ਬੱਚਾ ਕਿੰਨੇ ਸਟੀਰੋਇਡ ਲੈ ਕੇ ਕਿੱਥੋਂ ਗਰੋਥ ਕਰੇਗਾ। ਉਹਨੂੰ ਬਾਹਰ ਜਾ ਕੇ ਦਿਖ ਰਿਹਾ ਕਿ ਉਹਦੇ ਕੋਲ ਕੁਛ ਨਹੀਂ ਹੈ। ਹਰ ਚੀਜ਼ ਵਾਸਤੇ ਉਹਨੂੰ ਸੋਚਣਾ ਪੈ ਰਿਹਾ ਕਿ ਸਪੈਂਡ ਕਰੀਏ। ਅਸੀਂ ਤਾਂ ਉਸ ਸਟੇਜ ਤੇ ਆ ਗਏ ਸੀ ਕਿ ਉਹਨੂੰ ਪੈਸਾ ਘੱਟ ਦਈਏ ਕਿ ਛੋਟੇ ਗਿਫਟਸ ਦਈਏ। ਮੇਰੀ ਬਹੁਤ ਫਰੈਂਡਸ ਜੁੜੀ ਹੈ ਦਿਸ ਵੇ ਦੈਟ ਵੇ, ਇੰਨੀ ਜੁੜੀ ਹੈ ਕਿ ਕਿਸੇ ਨੇ ਕਿਹਾ ਮੇਰੇ ਬੱਚੇ ਦੇ ਬਿਲਕੁਲ ਨਵੇਂ ਟॉयਜ਼ ਹੈ, ਅਨਓਪਨਡ, ਕੈਨ ਵੀ ਗਿਵ ਇਟ ਟੂ ਯੂ, ਕਿ ਉਹਨਾਂ ਨੂੰ ਪਤਾ ਨਹੀਂ, ਕਦੀ ਮਿਲੇ ਨਹੀਂ ਹੈ। ਦੈਟਸ ਹਾਊ। ਉਹਨਾਂ ਨੇ ਕਿਹਾ ਮੇਰੇ ਕੋਲ ਕਲਰਿੰਗ ਬੁੱਕਸ ਮੈਂ ਲੈ ਕੇ ਦੇ ਦਾਂ ਬੱਚੇ ਨੂੰ, ਡਰੈਸਿਸ ਲੈ ਕੇ ਦੇ ਦਾਂ। ਦਿਸ ਇਜ਼ ਹਾਊ ਦੇ ਕਨੈਕਟਿਡ। ਤਾਂ ਫਾਈਨੈਂਸ਼ੀਅਲ ਵੈਰੀ ਗੁੱਡ, ਪਰ ਬੱਚੇ ਦੀ ਨੀਡਸ ਇਜ਼ ਡਿਫਰੈਂਟ। ਸਾਡੇ ਬੱਚੇ ਹੈਗੇ ਆ, ਅਸੀਂ ਦੇਖਦੇ ਹਾਂ ਕਿ ਉਹਨਾਂ ਨੂੰ ਲਗਜ਼ਰੀ ਲਾਈਫ ਮਿਲ ਰਹੀ ਹੈ। ਇੱਕ ਬੱਚਾ ਸਿਰਫ ਉਹ ਦੱਸ ਰਿਹਾ ਕਿ ਮੈਨੂੰ ਅੱਛੀ ਫਰੋਕ ਵਾਸਤੇ ਵੀ ਸੋਚਣਾ ਪੈ ਰਿਹਾ। ਤੇ
this is ਪੰਕਜ ਨੇ ਜਿਸ ਤਰ੍ਹਾਂ ਕਿਹਾ ਤੁਸੀਂ ਕਿਹਾ ਆਰ ਯੂ ਓਕੇ ਇਜ਼ ਨਾਟ ਓਨਲੀ ਜਸਟ ਆਸਕਿੰਗ ਟੂ ਗੈਟ ਕ੍ਰੈਡਿਟ। ਹਾਂਜੀ ਅਸੀਂ ਪੁੱਛ ਲਿਆ ਤਾਂ ਮੈਨੂੰ ਕ੍ਰੈਡਿਟ ਮਿਲ ਗਿਆ, ਆਮ ਦਾ ਬੈਸਟ ਪਰਸਨ। ਇਹ ਨਹੀਂ ਹੈ ਕਿ ਅਸੀਂ ਕੀਤਾ, ਅਸੀਂ ਕੁਛ ਵੀ ਨਹੀਂ ਕੀਤਾ, ਵੀ ਆਰ ਜਸਟ ਮੇਬੀ ਸਮਾਲ ਸੋਰਸ ਕਰਨ ਵਾਸਤੇ ਤੇ ਬਟ ਵੀ ਗੋਟ ਕਨੈਕਟਡ ਥਰੂ somebody ਗੋਟ ਕਨੈਕਟਡ ਥਰੂ ਅਸ। ਨੇ ਤੁਸੀਂ ਤੇ ਬਹੁਤ ਸਾਰੇ ਹੋਰ ਪਰਿਵਾਰ ਜਿਹੜੇ ਸੀਗੇ ਉਹਨਾਂ ਨਾਲ ਜੁੜੇ ਹੋਏ ਸੀਗੇ, ਹਰ ਤਰ੍ਹਾਂ ਨਾਲ ਉਹਨਾਂ ਦੀ ਮੋਰਲੀ ਹੋ ਗਈ, ਫਾਈਨੈਂਸ਼ੀਅਲੀ ਹੋ ਗਈ, ਉਹਨਾਂ ਦੀ ਸਪੋਰਟ ਵੀ ਹੋ ਰਹੀ ਸੀ। ਪਰ ਇੱਕ ਪਾਸੇ ਬੇਟੀ ਨੂੰ ਮਾਂ ਦੇਖ ਰਹੀ ਹੈ, ਇੱਕ ਪਾਸੇ ਪਤੀ ਨੂੰ ਦੇਖ ਰਹੀ ਹੈ। ਉਸ ਟਾਈਮ ਉਹ ਜਿਹੜਾ ਟਾਈਮ ਸੀਗਾ 7-8 ਸਾਲ, ਉਸ ਮਾਂ ਦਾ ਕੀ ਹਾਲ ਸੀ? ਤੁਸੀਂ ਤਾਂ ਬਹੁਤ ਨੇੜੇ ਤੋਂ ਦੇਖੀਆਂ ਚੀਜ਼ਾਂ। ਪਰ ਮੈਂ ਉਹਨੂੰ ਕਹਾਂਗੀ ਕਿ ਰੱਬ ਨੇ ਉਹਨੂੰ ਇੰਨੀ ਸਟਰੈਂਥ ਦਿੱਤੀ ਹੋਈ ਸੀਗੀ, ਅਗਰ ਮੈਂ ਆਪਣੇ ਆਪ ਨੂੰ ਉਸ ਜਗ੍ਹਾ ਰੱਖਾਂ ਸ਼ਾਇਦ ਬਿਲਕੁਲ ਖਤਮ ਹੋ ਚੁੱਕੀ ਹੁੰਦੀ ਮੈਂ। ਉਹਦੇ ਵਿੱਚ ਜਿੰਨੀ ਸਟਰੈਂਥ ਸੀਗੀ ਉਹ ਫਿਰ ਵੀ ਸਮਾਈਲ ਕਰਦੀ ਹੁੰਦੀ ਸੀਗੀ, ਰੋਂਦੀ ਬਹੁਤ ਸੀਗੀ ਪਰ ਸਮਾਈਲ ਬਹੁਤ ਸੀਗੀ ਫਿਰ ਵੀ ਉਹਦੇ 'ਚ। ਇੰਨੀ ਹਿੰਮਤ ਸੀ, ਕੋਈ ਗੱਲ ਨਹੀਂ, ਬੱਚੇ ਕਾਰਨ ਤਾਂ ਜੀਣਾ ਹੀ ਪਏਗਾ ਨਾ, ਕੀ ਕਰ ਲੇਗੀ। ਮੈਂ ਆਪਣੇ ਆਫਿਸ 'ਚ ਵੀ ਕਾਫੀਆਂ ਨਾਲ ਗੱਲ ਕੀਤੀ, ਰੇਜ਼ ਕਿ ਫੰਡਸ ਰੇਜ਼ ਕਰਨੇ ਆ, ਇਹ ਕਰਨਾ ਹੈ, ਤਾਂ ਕੀਤਾ। ਕਈਆਂ ਨੇ ਕੀਤਾ ਬਿਲਕੁਲ, ਉਹ ਕਹਿੰਦੇ ਫੰਡ ਰੇਜ਼ ਨਹੀਂ ਕਰਾਂਗੇ, ਚੁੱਪਚਾਪ ਲੈ ਲਓ, ਮੁੱਠੀ ਬੰਦ ਤੇ ਲੈ ਲਓ ਜਿੰਨੇ ਵੀ ਆ। ਲੋਕਾਂ ਨੇ ਕੁਐਸਚਨ ਸ਼ੁਰੂ ਕੀਤਾ ਹੈ ਸਟੂਡੈਂਟ ਵੀਜ਼ਾ ਤੇ ਹੈ, ਵਾਈ ਡੋਂਟ ਸ਼ੀ ਗੋ ਬੈਕ ਟੂ ਇੰਡੀਆ ਅਗੇ। ਜੀ ਅਸੀਂ ਪਿਆਰ ਨਾਲ ਸਮਝਾਇਆ ਕਿ ਜਿਹੜਾ 10 ਸਾਲ ਇੱਥੇ ਕੱਟ ਚੁੱਕਾ ਹੈ, ਬੱਚਾ ਵੀ ਹੋ ਗਿਆ, ਹੁਣ ਇੰਡੀਆ 'ਚ ਕੀ ਫਿਊਚਰ ਹੈ? ਇੱਕ ਇਕੱਲੀ ਕੁੜੀ ਛੋਟੇ ਬੱਚੇ ਨਾਲ ਜਿਹਦਾ ਇਹ ਹਸਬੈਂਡ ਹੈ, ਉਹਦਾ ਕੀ ਫਿਊਚਰ ਹੈ ਇੰਡੀਆ 'ਚ? ਅਗਰ ਅਸੀਂ ਇੱਥੇ, ਸਾਨੂੰ ਪ੍ਰਮਾਤਮਾ ਨੇ ਇੰਨਾ ਕੁਛ ਦਿੱਤਾ ਕਿ ਅਗਰ ਅਸੀਂ ਸਪੋਰਟ ਕਰ ਸਕਦੇ ਹਾਂ, ਵਾਈ ਸ਼ੁੱਡ ਵੀ ਸੇ ਕਿ ਹਾਂ ਜਾ ਬਈ ਤੂੰ ਇੰਡੀਆ ਚਲੀ ਜਾ ਵਾਪਸ। ਕੀ ਕਰੇਗੀ ਉੱਥੇ ਜਾ ਕੇ? ਉੱਥੇ ਕਮਾਈ ਕਰ ਲੇਗੀ, ਠੀਕ ਹੈ, ਉੱਥੇ ਸਸਤਾ ਹੈਗਾ, ਸਭ ਕੁਛ ਹੈਗਾ, ਪਰ ਕੀ ਕਰ ਸਕਦੀ ਹੈ? ਇੱਥੇ ਅਸੀਂ ਸਪੋਰਟ ਕਰੀਏ, ਇਹ ਇਕੱਲੀ ਇਹਦੇ ਨਾਲ ਨਹੀਂ, ਕਿਸੇ ਹੋਰ ਨਾਲ ਵੀ ਹੋ ਸਕਦਾ। ਸਾਡੇ ਨਾਲ ਵੀ ਹੋ ਸਕਦਾ, ਬਿਲਕੁਲ, ਉਹ ਸਾਡੇ ਨਾਲ ਵੀ ਇਹ ਚੀਜ਼ ਹੋ ਸਕਦੀ ਹੈ ਨਾ। ਪੀਪਲ, ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਅਗਰ ਕਿਸੇ ਦੀ ਹੈਲਪ ਕਰ ਰਹੇ ਹਾਂ, ਕਰਨ ਵਾਲਾ ਕੋਈ ਹੋਰ ਹੈ, ਅਸੀਂ ਤਾਂ ਇੱਕ ਜ਼ਰੀਆ ਬਣੇ ਹੋਏ ਹਾਂ ਕਿ ਅਸੀਂ ਕਿਸੇ ਦੀ ਹੈਲਪ ਕਰ ਰਹੇ ਹਾਂ, ਠੀਕ ਹੈ। ਕੋਈ ਸਾਡੇ ਤੋਂ ਹੋਰ ਕਰਵਾ ਰਿਹਾ ਹੈਲਪ, ਜਿਹੜਾ ਰੱਬ ਉੱਪਰ ਬੈਠਾ ਹੈ ਨਾ, ਉਹ ਸਾਡੀ ਹੈਲਪ ਕਰਵਾ ਰਿਹਾ। ਤਾਂ ਵੀ ਸ਼ੁੱਡ ਬੀ ਵੈਰੀ ਕੰਪੈਸ਼ਨੇਟ ਅਬਾਊਟ ਦੈਟ ਵਨ। ਔਰ ਉਹੀ ਕਹਿ ਰਿਹਾ ਕਿ ਜਿਹੜੀ ਸੀ ਆਪਾਂ ਪਹਿਲੇ ਗੱਲ ਕਰ ਰਹੇ ਸੀ ਕਿ NGOs ਵੀ ਹੈਲਪ ਕਰਦੇ ਆ, ਸਾਰੇ ਹੈਲਪ ਕਰਦੇ ਆ ਨਾ, ਸੋ ਦੇ ਡੋਂਟ ਕਨੈਕਟ ਇਮੋਸ਼ਨਲੀ। ਉਹ ਪੈਸੇ ਦੇ ਦੇਣਗੇ ਤੁਹਾਨੂੰ, ਇੱਕ ਵਾਰੀ ਦੇ ਦੇਣਗੇ, 2 ਵਾਰੀ ਦੇ ਦੇਣਗੇ, ਬਟ ਦੈਟ ਥਿੰਗ ਡਜ਼ਨਟ ਮੇਕ ਅ ਡਿਫਰੈਂਸ ਇਨ ਦ ਲਾਈਫ। ਅਗਰ ਅੱਜ ਮੇਰੇ ਉੱਪਰ ਕੋਈ ਪ੍ਰੋਬਲਮ ਆ ਗਈ ਹੈ, ਕੋਈ ਮੈਨੂੰ $500 ਦੇ ਕੇ ਚਲਾ ਜਾਏ, ਆਈ ਪ੍ਰੋਬਬਲੀ ਡੋਂਟ ਨੀਡ ਦੈਟ ਮਨੀ, ਜਾਂ ਮਨੀ ਚਾਹੀਦੀ ਹੈ ਉਹਦੇ ਨਾਲ। NGOs ਵੀ ਕੁਝ ਜੁੜੀਆਂ ਸੀਗੀਆਂ, ਅਸੀਂ ਉਹਨਾਂ ਤੇ ਵੀ ਆਵਾਂਗੇ, ਪਰ ਫਿਲਹਾਲ ਦੀ ਘੜੀ ਤੁਸੀਂ ਸਿਰਫ ਉਸ ਕੁੜੀ ਬਾਰੇ ਸਾਨੂੰ ਜ਼ਰੂਰ ਦੱਸੋ ਕਿ ਕੁੜੀ ਨੇ ਇਹ ਮਹਿਸੂਸ ਕੀਤਾ ਕਿ ਹਜ਼ਾਰਾਂ ਕਿਲੋਮੀਟਰ ਦੂਰ ਉਹ ਕੁੜੀ ਆਪਣੇ ਘਰ ਪਰਿਵਾਰ ਤੋਂ ਬੈਠੀ ਹੈ, ਆਪਣੇ ਭਾਰਤ ਦੇਸ਼ ਤੋਂ ਬੈਠੀ ਹੈਗੀ ਹੈ, ਉਰੇ ਸਟੂਡੈਂਟ ਵੀਜ਼ੇ ਤੇ ਹੈ, ਪਰ ਉਰੇ ਉਹਨੂੰ ਉਹ ਅਨਨੋਨ ਪਰਿਵਾਰ ਮਿਲੇ ਜਿਹੜੇ ਉਹਨੂੰ ਜਾਣਦੇ ਵੀ ਨਹੀਂ ਸੀਗੇ, ਤੇ ਸਿਰਫ ਉਹਨੂੰ ਦੇਖ ਕੇ ਕਿ ਕੋਈ ਸਾਡਾ ਬੱਚਾ ਟਰਬਲ ਦੇ ਵਿੱਚ ਹੈਗਾ, ਤੇ ਉਸ ਨਾਲ ਸਾਰੇ ਹੀ ਪਰਿਵਾਰ ਜੁੜ ਗਏ, ਤੇ ਉਹਦੀ ਹਰ ਇਨਡਾਇਰੈਕਟਲੀ ਡਾਇਰੈਕਟਲੀ ਉਹਦੀ ਮਦਦ ਵੀ ਹੋਈ ਹੈ। ਤਾਂ ਉਹ ਚੀਜ਼ਾਂ ਕੁੜੀ ਨੇ ਜਾਂ ਉਹਦੇ ਪਰਿਵਾਰ ਨੇ ਮਹਿਸੂਸ ਕੀਤੀਆਂ? ਕੁੜੀ ਨੇ ਬਹੁਤ ਮਹਿਸੂਸ ਕੀਤੀਆਂ। ਅੱਜ ਤੱਕ ਉਹ ਸਭ ਨੂੰ ਥੈਂਕਸ ਬੋਲਦੀ ਹੈ, ਸਾਰਾ ਕੁਛ ਹੈਗਾ। ਐਂਡ ਸ਼ੀ ਇਜ਼ ਗ੍ਰੇਟਫੁਲ। ਸ਼ੀ ਸੈਡ ਕਿ ਮੇਰੇ ਕੋਲ ਕੋਈ ਵਰਡਸ ਨਹੀਂ ਹੈਗੇ ਕਿ ਜਿਨ੍ਹਾਂ ਨੇ ਮੇਰੇ ਇਹ 10 ਸਾਲ ਕਢਵਾਏ ਹੈ ਪੂਰੇ, ਉਹਨਾਂ ਕੋਲ ਕੋਈ ਵਰਡਸ ਨਹੀਂ ਹੈਗੇ। ਔਰ ਕਮ ਸੇ ਕਮ 20, 25, 50, 100 ਫੈਮਿਲੀ ਜੁੜੀਆਂ। ਸਾਨੂੰ ਕਈ ਵਾਰੀ ਪਤਾ ਹੀ ਨਹੀਂ ਹੈ, ਕਈ ਬੰਦੇ ਵੈਸੇ ਡੋਨੇਟ ਕਰ ਦਿੰਦੇ ਹੈ, ਕੁਛ ਹੈ ਕਿਸੇ ਨੇ ਐਡ ਦੇ ਕੇ ਡੋਨੇਟ ਕੀਤਾ ਹੋਣਾ, ਕੋਈ ਵੈਸੇ ਉਹਨੂੰ ਮਿਲ ਗਿਆ, ਕਿਸੇ ਫੰਕਸ਼ਨ ਤੇ ਮਿਲ ਗਿਆ। ਦੇਰ ਆਰ ਕਾਫੀ ਲੋਕ ਹੈਗੇ ਜਿਨ੍ਹਾਂ ਨੇ ਕੀਤਾ। ਐਂਡ ਮੇਨ ਚੀਜ਼ ਹੁੰਦੀ ਹੈ ਕਿ ਅਗਰ 15-20 ਬੰਦੇ ਵੀ ਤੁਹਾਡੇ ਨਾਲ ਇਮੋਸ਼ਨਲੀ ਜੁੜ ਜਾਣ ਨਾ, ਦੈਨ ਦੇ ਕੈਨ ਬ੍ਰਿੰਗ ਮੋਰ ਪੀਪਲ। ਉਹ ਜਿੱਦਾਂ ਕਹਿੰਦੇ ਨਾ, ਇੱਕ ਬੰਦੇ ਨਾਲ ਚੱਲਦਾ ਬੰਦਾ ਸ਼ੁਰੂ ਕਰਦਾ ਤੇ ਕਾਫਲਾ ਪੂਰਾ ਬਣ ਜਾਂਦਾ। ਤੇ ਦੈਨ ਵੈਨ ਯੂ ਹੈਵ ਅ, ਤੁਹਾਡੇ ਨਾਲ ਅਗਰ 50-100 ਬੰਦੇ ਜੁੜੇ ਹੋਣ ਨਾ, ਤੁਹਾਡਾ ਅੱਧਾ ਦੁੱਖ ਤਾਂ ਵੈਸੇ ਹੀ ਖਤਮ ਹੋ ਜਾਂਦਾ। ਬਿਲਕੁਲ ਜੀ, ਠੀਕ ਹੈ। ਹੁਣ ਅਸੀਂ ਵੀ ਹੁੰਦੇ ਹਾਂ, ਅਗਰ ਇਕੱਲੇ ਬੈਠੇ ਹੁੰਦੇ ਹਾਂ, ਜਦੋਂ ਕੋਵਿਡ ਆਇਆ ਸੀਗਾ ਵਿੱਚ, ਇਕੱਲੇ ਬੰਦੇ ਬੈਠੇ ਹੁੰਦੇ ਸੀ, ਪੀਪਲ ਵਰ ਸੋ ਡਿਸਟਰੈਸਡ ਕਿ ਕਿਸੇ ਨਾਲ ਗੱਲ ਕਰਨ ਨੂੰ ਚਾਹੀਦਾ ਹੁੰਦਾ। ਸੋ ਇਮੈਜਿਨ ਕਰੋ, ਜਿਹਦਾ ਪਤੀ ਹੈਗਾ ਉਹ ਗੱਲ ਹੀ ਨਹੀਂ ਕਰ ਪਾ ਰਿਹਾ, ਬੱਚਾ ਛੋਟਾ ਹੈਗਾ 2-4 ਸਾਲ ਦਾ ਹੈਗਾ, ਗੱਲ ਨਹੀਂ ਕਰ ਪਾ ਰਿਹਾ, ਉਹਨੂੰ ਬੰਦਾ ਗੱਲ ਕਰਨ ਨੂੰ ਵੀ ਚਾਹੀਦਾ, ਕੋਈ ਉਹਦੀ ਗੱਲ ਸੁਣਨ ਨੂੰ ਵੀ ਚਾਹੀਦਾ ਕੋਈ। ਸੋ ਦੈਟ ਇਜ਼ ਹਾਊ ਯੂ ਕਨੈਕਟ ਵਿਦ ਦੋਜ਼ ਪੀਪਲ ਇਮੋਸ਼ਨਲੀ। ਜੀ, ਅੱਜ ਉਹਨਾਂ ਦੇ ਪਤੀ ਜਿਹੜੇ ਹੈਗੇ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਆ, ਅਣਥੱਕ ਜਿਹੜੀ ਹੈਗੀ ਆ ਤੁਸੀਂ ਮਦਦ ਵੀ ਕੀਤੀ ਉਹਨਾਂ ਦੀ, ਹਰ ਤਰ੍ਹਾਂ ਨਾਲ ਉਹਨਾਂ ਨੇ, ਬਾਕੀ ਲੋਕਾਂ ਨੇ ਵੀ ਮਦਦ ਕੀਤੀ ਹੈ, ਸਭ ਨੇ ਮੋਰਲੀ ਫਾਈਨੈਂਸ਼ੀਅਲੀ ਸਪੋਰਟ ਵੀ ਕੀਤੀ ਹੈ, ਪਰ ਉਹਨਾਂ ਦੀ ਜਾਨ ਬਚਾਈ ਨਹੀਂ ਜਾ ਸਕੀ। ਉਹਦੇ ਵਿੱਚ ਜੋ ਪਰਮਾਤਮਾ ਦਾ ਭਾਣਾ ਉਸ ਨੂੰ ਮੰਨਣਾ ਹੀ ਪੈਣਾ ਹੈਗਾ। ਪਰ ਜੇ ਮੈਂ NGOs ਦੇ ਉੱਪਰ ਆਉਣਾ ਹੈਗਾ ਤਾਂ NGOs ਵੀ ਕੁਝ ਇਹਦੇ ਨਾਲ ਜੁੜੀਆਂ ਸੀਗੀਆਂ। ਮੈਂ NGOs ਦਾ ਨਾਮ ਨਹੀਂ ਲੈਣਾ ਚਾਹੂੰਗਾ ਕਿ ਉਹ NGO ਦੇ ਨਾਮ ਕੀ ਸੀ, ਕੌਣ ਜੁੜੀਆਂ, ਪਰ ਉਹਨਾਂ ਦੀ ਕਾਰਗੁਜ਼ਾਰੀ ਬਾਰੇ ਮੈਂ ਜ਼ਰੂਰ ਜਾਣਨਾ ਚਾਹੂੰਗਾ ਕਿ ਉਹਨਾਂ ਦੀ ਇਸ ਰੋਲ ਦੇ ਵਿੱਚ, ਇਸ ਪੂਰੇ ਜਿਹੜਾ ਐਪੀਸੋਡ ਹੋਇਆ ਇਹਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਕੀ ਸੀ। ਤੁਹਾਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਪੈਸੇ ਬਹੁਤ
ਕਰ ਸਕਦੇ ਹਾਂ ਕੰਪਨੀਜ਼ NGOs ਹੈ ਜਾਂ ਇਵਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੈਗੀਆਂ ਪੈਸਾ ਸਭ ਕੁ ਦੇ ਸਕਦੇ ਆ ਪਰ ਜੱਫੀ ਨਹੀਂ ਪਾ ਸਕਦੇ ਉਹਦੇ ਨਾਲ ਰੋ ਨਹੀਂ ਸਕਦੇ ਸ਼ਾਇਦ। ਕੀ ਉਹਨਾਂ ਨੇ ਪੈਸਾ ਦਿੱਤਾ? ਦੇਖੋ ਦੇਣ ਵਾਲਿਆਂ ਨੇ ਦਿੱਤਾ ਵੀ ਹੈ, NGOs ਨੇ ਦਿੱਤਾ ਵੀ ਹੈ, ਪਰ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਕਈ ਐਸੀ NGOs ਵੀ ਸੀਗੀਆਂ ਵਿੱਚ ਕਨੈਕਟਡ ਜਿਹੜੀ ਥੋੜਾ ਜ਼ਿਆਦਾ ਦੇ ਸਕਦੀਆਂ ਸੀਗੀਆਂ, ਕਈਆਂ ਨੇ ਦਿੱਤਾ ਵੀ ਹੈ। ਕਿ ਦੇਖੋ ਇੱਕ ਡਾਈਪਰ ਇਜ਼ ਵੈਰੀ ਕਾਸਟਲੀ। ਮੈਂ ਡਾਈਪਰ ਲੈਣ ਗਈ ਸੀ ਉਹਦੇ ਵਾਸਤੇ ਇੱਕ ਦਿਨ, ਮੈਂ ਜਦ ਡਾਈਪਰ ਲਿੱਤਾ ਨਾ ਕਿ ਮੈਂ ਕਹਿ ਰਹੀ ਹਾਂ ਯਾਰ ਦਿਨ 'ਚ 4 ਡਾਈਪਰ ਲੱਗ ਰਹੇ ਹੈ, ਇੰਨਾ ਕਾਸਟ ਹੈ, ਤੇਰਾ ਪੈਕੇਟ ਤਾਂ ਵਿਦਿਨ 2-3 ਡੇਜ਼ ਖਤਮ ਹੋ ਰਿਹਾ, ਕਿੱਥੋਂ ਆ ਰਿਹਾ ਡਾਈਪਰ? ਕਿਸੇ ਨੇ ਕਮਿਟ ਕਰਤਾ ਓਕੇ 6 ਮਹੀਨੇ ਦਾ ਡਾਈਪਰ ਸਾਡੇ ਵੱਲੋਂ ਹੋ ਗਏ। ਕਿਤੇ ਵੀ ਹੈ ਇਸ ਤਰ੍ਹਾਂ NGOs ਨੇ, ਪਰ ਉਸ ਲੈਵਲ ਤੱਕ ਕਰ ਪਾਏ ਹੈ ਸ਼ਾਇਦ ਡਾਊਟ ਹੈ ਮੈਨੂੰ ਕਿ ਜਿਹੜਾ ਜਿਸ ਲੈਵਲ ਤੱਕ ਕਰ ਸਕਦੇ ਸੀ। ਇੰਡੀਵਿਜੂਅਲ ਜਿਹੜਾ ਮੈਂ ਤੁਹਾਨੂੰ ਕਿਹਾ, ਮੇਰੀ ਬਹੁਤ ਕਲੋਜ਼ ਫਰੈਂਡ ਹੈ, ਉਹਨੇ ਤਾਂ ਅੱਖਾਂ ਬੰਦ ਕਰਕੇ ਬਲਾਈਂਡਲੀ ਜਿੰਨਾ ਮਰਜ਼ੀ ਉਹਨੂੰ ਪੈਸਾ ਕਿਹਾ ਕਿ ਯਾਰ ਅੱਜ ਮੈਨੂੰ ਇਹ ਚਾਹੀਦਾ, ਉਹਨੇ ਕੁਐਸਚਨ ਨਹੀਂ ਪੁੱਛਿਆ, ਉਹਨੇ 500,000 ਤਾਂ ਇੱਦਾਂ ਹੀ ਦਿੱਤੇ। ਉਹਨੇ ਆਪਣੇ ਅਗਲੇ ਫਰੈਂਡ ਨੂੰ ਕਿਹਾ, ਮੈਨੂੰ ਉਹ ਨਹੀਂ ਜਾਣਦੀ, ਉਹਨੇ ਕਿਹਾ ਬਈ ਮੇਰੀ ਇੱਕ ਫਰੈਂਡ ਨੂੰ ਇਸ ਵਾਸਤੇ ਪੈਸਾ ਚਾਹੀਦਾ ਹੈ, ਉਹਨੇ 1000 ਪਾਏ। ਮਤਲਬ ਸਾਨੂੰ ਨਹੀਂ ਪਤਾ, ਮੈਂ ਕਿਹਾ ਕਿੱਥੋਂ ਆਏ ਆ, ਪਤਾ ਚੱਲਿਆ ਉੱਧਰੋਂ ਆਏ ਆ। ਮੇਰੀ ਖਾਸ ਹੈਗੀ ਹੈ, ਮੈਂ ਨਾ ਆਫ ਕੋਰਸ ਨਹੀਂ ਦੱਸਾਂਗੀ ਨਾ ਉਹਨਾਂ ਦਾ। ਉਹਨਾਂ ਨੇ ਮੈਨੂੰ ਕਿਹਾ $100 ਮਹੀਨਾ ਮੇਰਾ ਫਿਕਸ ਹੈ, ਇਸ ਤੋਂ ਉੱਪਰ ਤੈਨੂੰ ਚਾਹੀਦਾ ਤਾਂ ਤੂੰ ਮੈਨੂੰ ਦੱਸੀ। ਉਹ ਵੀ ਹੈ ਔਰ ਜਾਣਦੇ ਨਹੀਂ, ਕਦੀ ਮਿਲੇ ਨਹੀਂ। and those are unnamed people। ਉਹਨਾਂ ਨੇ ਆਪਣਾ ਨਾਮ ਵੀ ਕਦੀ ਨਹੀਂ ਦੱਸਿਆ, ਕਦੀ ਉਹਨਾਂ ਨੇ Facebook ਤੇ ਵੀ ਨਹੀਂ ਪਾਇਆ ਹੋਣਾ, ਕਦੀ ਕਿਸੇ ਨੇ ਨਹੀਂ ਪਾਇਆ ਹੋਣਾ। ਤੇ those are the people they exist in our society। ਬਹੁਤ ਆਤ ਰੂਪ ਦੇ ਵਿੱਚ NGOs ਜਿਹੜਾ ਹੈਗਾ ਸਾਨੂੰ ਸੁਣਨ ਨੂੰ ਮਿਲਦਾ ਹੈ ਕਿ NGOs ਅਗਰ $2 ਲਾਉਂਦੀਆਂ ਤਾਂ $100 ਦੀ ਪ੍ਰਮੋਸ਼ਨ ਹੁੰਦੀ ਆ, ਉਹਦੀ ਜ਼ਿਆਦਾ ਦਿਖਾਇਆ ਜਾਂਦਾ, ਮਦਦ ਘੱਟ ਕੀਤੀ ਜਾਂਦੀ ਹੈ। ਕਿ ਇਸ ਕੇਸ ਦੇ ਵਿੱਚ ਵੀ ਇੱਦਾਂ ਹੋਇਆ ਸੀ? We are not sure ਕਿ ਕੀ ਹੈਗਾ, but NGOs supported once or twice in ਜਿਹੜਾ ਮੇਰੇ ਸਾਹਮਣੇ ਜਿਹੜਾ ਹੋਇਆ ਸੀਗਾ ਕਿ ਹੁਣ 7-8 ਸਾਲ ਚ ਹੈਗੇ ਨਾ, they support because they probably support 100 people। ਉਹ ਇੱਕ ਵਾਰੀ 2 ਵਾਰੀ ਸਪੋਰਟ ਕਰਕੇ, ਜਿਹੜਾ ਆਪਾਂ ਗੱਲ ਕਰ ਰਹੇ ਸੀ ਪਹਿਲੇ ਕਿ they don't connect emotionally, ਉਹਨਾਂ ਲਈ you are a number basically। ਤੇ ਤੁਸੀਂ ਇੱਕ ਵਾਰੀ ਉਹਨਾਂ ਨੂੰ ਦੇਤਾ, ਉਹਨਾਂ ਨੇ ਪਾਤਾ ਜੀ ਅਸੀਂ ਸਪੋਰਟ ਕੀਤਾ ਤੇ ਐਂਡ ਆਫ ਦਾ ਸਟੋਰੀ ਪ੍ਰੋਬਬਲੀ, ਜਾਂ ਮਤਲਬ ਕਿ 2-4 ਵਾਰੀ ਸਪੋਰਟ ਕਰਤਾ। ਤੇ ਕਿਸੇ ਦੀ ਹੈਲਪ ਕਰਨ ਲਈ ਨਾ ਯੂ ਨੀਡ ਟੂ ਬੀ ਇਮੋਸ਼ਨਲੀ ਕਨੈਕਟਡ। ਮੇਰਾ ਜਿਹੜਾ ਪਰਸਨਲ ਓਪੀਨੀਅਨ ਹੈਗਾ ਕਿ ਉਹ ਜਿਹੜਾ ਤੁਹਾਨੂੰ ਮੈਂ ਪਹਿਲੇ ਕਿਹਾ, ਰਾਦਰ ਦੈਨ ਸਪੋਰਟਿੰਗ 50 ਪੀਪਲ, ਅਗਰ 5-7-10 ਬੰਦੇ ਇਕੱਠੇ ਹੋ ਕੇ 1-2 ਬੰਦਿਆਂ ਦੀ ਵੀ ਹੈਲਪ ਕਰ ਦਿੰਦੇ ਆ ਨਾ, ਸੋ ਦੈਟ ਇਜ਼ ਮੇਕਿੰਗ ਅ ਡਿਫਰੈਂਸ ਇਨ ਦੇਅਰ ਲਾਈਫ। ਅਗਰ ਕੋਈ ਬੰਦਾ ਟਰਬਲ 'ਚ ਆ ਗਿਆ ਨਾ, ਸਾਡਾ ਏਮ ਇਹ ਹੋਣਾ ਚਾਹੀਦਾ ਕਿ ਅਸੀਂ ਉਹਨੂੰ ਟਰਬਲ 'ਚੋਂ ਕੱਢ ਕੇ ਬਾਹਰ ਲੈ ਕੇ ਆਉਣਾ ਤੇ ਉਹਨੂੰ ਆਪਾਂ ਸੈਲਫ ਸਫੀਸ਼ੀਐਂਟ ਬਣਾ ਦੇਣਾ ਕਿ ਉਹ, ਤਾਂ ਕਿ ਉਹ ਟਰਬਲ 'ਚੋਂ ਬਾਹਰ ਨਿਕਲ ਜੇ, ਉਹ ਕਿਸੇ ਦਾ ਮੁਹਤਾਜ ਬਣ ਕੇ ਨਾ ਰਹਿ ਜੇ, ਮਤਲਬ ਕਿ ਸਾਰੀ ਉਮਰ ਲਈ। ਤੋ ਦੈਟ ਇਜ਼ ਦਾ ਵੇ ਵੀ ਸ਼ੁੱਡ ਕਨੈਕਟ, ਮਤਲਬ ਕਿ ਜਿਹੜਾ ਹੈਲਪ ਕਰਨੀ ਹੈ ਇੱਕ ਦੂਜੇ ਦੀ, ਰਾਦਰ ਦੈਨ ਇੱਕ ਵਾਰੀ ਮੈਂ ਗਿਆ ਜੀ ਮੈਂ $500 ਦੇਤੇ, 1000 ਦੇਤੇ, ਉਸ ਤੋਂ ਬਾਅਦ ਮੈਂ ਭੁੱਲ ਗਿਆ ਸਾਰਾ ਕੁਛ, ਹੈ ਨਾ। ਸੋ ਦੈਟ ਇਜ਼ ਨਾਟ are you okay basically। ਜੀ ਸਮਾਜ ਦੇ ਵਿੱਚ ਅਗਰ ਐਵੇਂ ਦੇ ਪਰਿਵਾਰ ਨਾਲ ਜੁੜਨ, ਪਰਿਵਾਰ ਜਿਹੜੇ ਨਾ ਸਾਡੇ ਇਰਦ ਗਿਰਦ ਦੇ ਲੋਕਾਂ ਨੂੰ ਦੇਖਣ, ਉਹਨਾਂ ਦੇ ਨਾਲ ਜੁੜੇ ਹੋਏ ਪਰਿਵਾਰਾਂ ਨੂੰ ਦੇਖਣ ਵੀ ਕਿੱਥੇ ਕਿਸ ਸਮੱਸਿਆ ਦੀ ਲੋੜ ਹੈ, ਤੇ ਮੈਨੂੰ ਲੱਗਦਾ ਕਿ NGOs ਦੀ ਸਾਨੂੰ ਲੋੜ ਨਹੀਂ ਪਊਗੀ। ਤੁਹਾਡੀ ਕੀ ਰਾਏ ਹੈ ਇਹਦੇ ਉੱਪਰ? ਹਾਂਜੀ, ਨਹੀਂ ਬਿਲਕੁਲ ਠੀਕ ਹੈਗਾ। ਅਗਰ ਤੁਸੀਂ ਪਿੱਛੇ ਨਿਊਜ਼ ਆਉਂਦੀ ਹੁੰਦੀ ਸੀਗੀ, ਕਈ ਫਾਊਂਡੇਸ਼ਨਸ ਵੱਡੀਆਂ ਹੈਗੀਆਂ, ਦੇ ਕਲੈਕਟ ਸੋ ਮਚ ਮਨੀ ਐਂਡ ਇਨ ਦਾ ਐਂਡ 10% ਔਰ 20% ਗੋ ਟੂ ਐਕਚੁਅਲ ਕਾਜ਼। ਠੀਕ ਹੈ, ਮੇਰੇ ਕੋਲ ਕੋਈ ਡਾਟਾ ਨਹੀਂ ਹੈਗਾ, ਬਟ ਆਈ ਹੈਵ ਹਰਡ ਇਨ ਦਾ ਨਿਊਜ਼, ਮਤਲਬ ਕਿ ਆਪਣੇ ਜਿਹੜੇ ਨੈਸ਼ਨਲ ਨਿਊਜ਼ ਹੈਗੇ ਆਸਟ੍ਰੇਲੀਆ ਦੇ, ਉਹਦੇ 'ਚ ਵੀ ਕਈ ਵਾਰੀ ਇਹ ਚੀਜ਼ ਆਈ ਹੈ ਕਿ only 10-20% goes to the actual charity। ਬਾਕੀ 80% ਹੁੰਦਾ ਹੈ ਉਹਨਾਂ ਦੀ ਆਪਣੀ ਜਿਹੜੀ ਮੈਨੇਜਿੰਗ ਕਾਸਟ ਹੈਗੀਆਂ ਜਾਂ ਹੋਰ ਕਾਸਟ ਹੋਣੀ, ਆਈ ਡੋਂਟ ਨੋ ਕਿ ਕਿਹੜੀ ਕਾਸਟ ਹੋਣੀ ਹੈ। ਬਟ ਅਗਰ ਆਪਾਂ ਐਜ਼ ਏ ਫੈਮਿਲੀ ਸਾਰੇ ਜੁੜਦੇ ਹਾਂ ਕਿਸੇ ਨਾਲ, ਜਾਂ ਆਪਾਂ ਇੰਡੀਵਿਜੂਅਲ ਬੇਸਿਸ 'ਤੇ ਜੁੜਦੇ ਹਾਂ, ਜਾਂ ਐਜ਼ ਆਪਣੇ ਗਰੁੱਪ ਨਾਲ ਜੁੜਦੇ ਹਾਂ ਫੈਮਲੀਜ਼ ਨਾਲ, ਤੇ ਦੈਨ ਵੀ ਕੈਨ ਪ੍ਰੋਬਬਲੀ ਕੰਟਰੀਬਿਊਟ ਮੋਰ। ਅਸੀਂ ਉਹ ਜਿਹੜਾ ਸਿਸਟਮ ਹੁੰਦਾ ਨਾ, ਜਿਹੜੇ ਅਨਡਿਫਾਈਨਡ ਕਾਸਟ ਹੈਗੀਆਂ, ਵੀ ਕੈਨ ਕੱਟ ਡਾਊਨ ਦੋਜ਼ ਵਨਸ, ਜਿਹਨੂੰ ਕਹਿੰਦੇ ਨਾ ਆਪਣੇ ਬਿਜ਼ਨਸ ਵਿੱਚ ਵੀ ਕਹਿੰਦੇ ਆ ਕਿ ਡਾਇਰੈਕਟ ਕਾਸਟ ਐਂਡ ਇਨਡਾਇਰੈਕਟ ਕਾਸਟ, ਸੋ ਵੀ ਕੈਨ ਕੱਟ ਡਾਊਨ ਦੋਜ਼ ਇਨਡਾਇਰੈਕਟ ਕਾਸਟ। ਠੀਕ ਹੈ ਨਾ, ਉਹਦੇ 'ਚ ਆਪਾਂ ਕੀ ਇੱਕ ਦੂਜੇ ਦੀ ਆਪਾਂ ਜ਼ਿਆਦਾ ਹੈਲਪ ਕਰ ਸਕਦੇ ਹਾਂ। ਔਰ ਮੇਨ ਕੀ ਹੈ, ਜਦ ਤੁਸੀਂ ਕਿਸੇ ਨਾਲ ਇਮੋਸ਼ਨਲੀ ਕਨੈਕਟ ਹੁੰਦੇ ਆ ਨਾ, ਤੇ ਤੁਹਾਡੇ ਭਾਵ ਹੁੰਦੇ ਆ ਅੰਦਰ ਕਿ ਇਮੋਸ਼ਨਲ ਹੁੰਦੇ ਆ ਕਿ ਅਸੀਂ ਇਹਦੀ ਬੰਦੇ ਦੀ ਹੈਲਪ ਕਰਨੀ ਹੈ। ਵੇਅਰ ਐਜ਼ ਤੁਸੀਂ ਕਿਸੇ ਨੂੰ ਦੇਖਦੇ ਹੋ, ਕੋਈ ਤੁਹਾਡੇ ਕੋਲ ਆ ਗਿਆ ਜੀ ਚੈਰਿਟੀ ਦੇ ਦਿਓ, ਤੁਸੀਂ 50 ਆਰਡਰ ਦੇਤੇ, ਤੁਹਾਨੂੰ ਪਤਾ ਨਹੀਂ ਕਿੱਥੇ ਗਏ, ਦੈਨ ਯੂ ਸਟਾਰਟ ਥਿੰਕਿੰਗ ਅਬਾਊਟ ਇਟ ਕਿ ਪਤਾ ਨਹੀਂ ਯਾਰ ਕਿੱਥੇ ਜਾਣੇ ਆ, ਕੀ ਹੋਣਾ ਕੀ ਨਹੀਂ ਹੋਣਾ ਨਾ, ਤੇ ਤੁਹਾਡੇ ਮਨ 'ਚ ਵੀ ਉਹ ਭਾਵਨਾ ਨਹੀਂ ਆਉਂਦੀ ਹੈਲਪ ਕਰਨ ਦੀ। once you see somebody, you connect with them, you help them। ਜੀ ਬਿਲਕੁਲ ਤੁਸੀਂ ਸਹੀ ਕਿਹਾ ਜੀ। ਹੁਣ ਸਾਡੇ ਜਾਣ ਦਾ ਵੀ ਟਾਈਮ ਹੋ ਗਿਆ, ਤੇ ਤੁਸੀਂ ਲਾਸਟ ਮੈਸੇਜ ਕੀ ਦੇਣਾ ਚਾਹੋਗੇ ਜਿਹੜੇ ਸਾਨੂੰ ਦੇਖ ਰਹੇ ਆ ਇਸ ਟਾਈਮ, ਕਿ ਆਰ ਯੂ ਓਕੇ ਅੱਜ ਦਾ ਦਿਨ ਹੈਗਾ, ਅੱਜ ਦੇ ਦਿਨ ਦੇ ਉੱਪਰ ਤੁਹਾਡਾ ਮੈਸੇਜ ਕੀ ਹੋਣਾ ਚਾਹੀਦਾ? ਆਰ ਯੂ ਓਕੇ ਦੇ ਮੈਸੇਜ ਇਹੀ ਹੈਗਾ ਕਿ ਲੈਟਸ ਲੁੱਕ ਅਰਾਊਂਡ ਦ ਪੀਪਲ। ਅਸੀਂ ਕਈ ਵਾਰੀ ਪਾਰਟੀ 'ਚ ਗਏ ਹੁੰਦੇ ਹਾਂ, ਕੋਈ ਬੰਦਾ ਉੱਥੇ ਇਕੱਲਾ ਬੈਠਾ ਹੈ, ਕੋਈ ਬੰਦਿਆਂ ਨਾਲ 10 ਬੰਦੇ ਬੈਠੇ ਆ, ਜਿਹੜਾ ਇਕੱਲਾ ਬੰਦਾ ਬੈਠਾ ਹੈ ਉਹਦੇ ਨਾਲ ਜਾ ਕੇ ਤੁਸੀਂ ਬੈਠੋ।
ਠੀਕ ਹੈ ਨਾ, ਉਹਦੇ ਨਾਲ ਜਾ ਕੇ ਤੁਸੀਂ ਗੱਲ ਕਰੋ ਤਾਂ ਕਿ ਉਹਨੂੰ ਲੋਨਲੀ ਫੀਲ ਨਾ ਹੋਏ। ਤੇ ਆਰ ਯੂ ਓਕੇ ਸਿਰਫ ਉਹ ਚੀਜ਼ ਨਹੀਂ ਹੈ, ਯੂ ਹੈਵ ਟੂ ਇੰਪਲੀਮੈਂਟ ਦੈਟ ਐਜ਼ ਵੈਲ। ਔਰ ਕੱਲ ਨੂੰ ਜਿਹੜੀ ਟਰਬਲ ਅਸੀਂ ਕਿਸੇ ਫੈਮਿਲੀ ਤੋਂ ਦੇਖਦੇ ਹਾਂ ਜਾਂ ਕੋਈ ਫੈਮਿਲੀ ਸਟਰਗਲ ਕਰ ਰਹੀ ਹੈ, ਵੀ ਸ਼ੁੱਡ ਹੈਲਪ ਦੈਮ, ਕਿਉਂਕਿ ਉਹ ਕੱਲ ਨੂੰ ਸਾਡੇ ਨਾਲ ਵੀ ਹੋ ਸਕਦਾ, ਕਿਸੇ ਨਾਲ ਵੀ ਹੋ ਸਕਦਾ। ਜ਼ਿੰਦਗੀ ਇੱਕ ਜਿਵੇਂ ਕਹਿੰਦੇ ਨਾ ਇੱਕ ਕਿਰਾਏ ਦੀ ਚੀਜ਼ ਹੈਗੀ ਹੈ ਕਿ ਪਤਾ ਨਹੀਂ ਕਿੰਨੀ ਦੇਰ ਤੱਕ ਹੈਗੀ ਹੈ, ਕਿੰਨੀ ਦੇਰ ਤੱਕ ਨਹੀਂ ਹੈਗੀ ਹੈ। ਤੇ ਅਗਰ ਕੋਈ ਟਰਬਲ 'ਚ ਹੈਗਾ, ਵੀ ਸ਼ੁੱਡ ਹੈਲਪ ਦੈਮ, ਵੀ ਸ਼ੁੱਡ ਰਾਦਰ ਉਹ ਸਾਨੂੰ ਆ ਕੇ ਪੁੱਛੇ ਨਾ ਕਿ ਮੈਨੂੰ ਹੈਲਪ ਚਾਹੀਦੀ ਹੈ, ਵੀ ਸ਼ੁੱਡ ਬੀ ਏਬਲ ਟੂ ਰਿਕਗਨਾਈਜ਼ ਇਟ। ਰੱਬ ਨੇ ਸਾਨੂੰ ਦਿਮਾਗ ਦਿੱਤਾ ਹੈ, ਦਿਲ ਦਿੱਤਾ ਹੈ, ਵੀ ਸ਼ੁੱਡ ਯੂਟਿਲਾਈਜ਼ ਇਟ ਐਂਡ ਵੀ ਸ਼ੁੱਡ ਹੈਲਪ ਦੈਮ। ਆਪਣੇ ਆਪ ਤੋਂ ਹੀ ਹੈਲਪ ਕਰੀਏ ਬੰਦੇ ਦੀ। ਬਹੁਤ ਵਧੀਆ ਗੱਲ ਕਹੀ ਹੈ। ਪੂਜਾ ਜੀ, ਹੁਣ ਤੁਹਾਡੇ ਕੀ ਵਿਚਾਰ ਹੈ ਇਸ ਚੀਜ਼? ਮੈਂ ਡੈਫੀਨਿਟਲੀ IUOK ਦੀ ਬਹੁਤ ਵੱਡੀ ਫੈਨ ਆ, ਨਾਟ ਓਨਲੀ ਔਨ ਵਨ ਡੇ। ਸਾਡੇ ਜਿਹੜੇ 365 ਦਿਨ ਹੈ ਨਾ, ਅਸੀਂ ਸ਼ਾਇਦ ਉਹਨਾਂ ਤੇ ਹੀ ਕਨਸੈਂਟਰੇਟ ਕਰਕੇ IUOK ਕਰੀਏ। ਸਾਡੀ ਲੱਤ ਟੁੱਟਦੀ ਹੈ ਨਾ, ਅਗਰ ਕੋਈ ਚੋਟ ਲੱਗੀ ਹੈ, ਸਾਨੂੰ 50 ਮੈਸੇजेस ਆ ਜਾਣਗੇ, ਸਾਨੂੰ ਬੰਦੇ ਪੁੱਛਣ ਵੀ ਆ ਜਾਣਗੇ, ਕਾਰਡਸ ਵੀ ਆ ਜਾਣਗੇ, ਫਲਾਵਰਸ ਵੀ ਆ ਜਾਣਗੇ। ਇੱਕ ਬੰਦਾ ਮੈਂਟਲੀ ਡਿਪਰੈਸਡ ਹੋਵੇ ਕਿਉਂਕਿ ਲੋਕ ਜੱਜ ਕਰਦੇ ਹੈ। ਡਿਪਰੈਸ਼ਨ ਅੱਜ ਦੀ ਡੇਟ 'ਚ ਵੀ ਇਟਸ ਨਾਟ, ਤੁਸੀਂ ਕਹਿ ਕੇ ਦਿਖਾਓ ਕਿਸੇ ਨੂੰ ਕਿ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੈ, ਦੇਰ ਇਜ਼ ਅ ਲਿਸਟ ਯੂ ਕੈਨ ਗੈਟ। ਤੇਰੀ ਫੈਮਿਲੀ 'ਚ ਪ੍ਰੋਬਲਮ ਹੈ, ਤੇਰੇ ਬੱਚਿਆਂ ਨਾਲ ਪ੍ਰੋਬਲਮ ਹੈ, 100 ਕੁਐਸਚਨਸ ਆ ਜਾਣਗੇ, ਇਵੈਲੂਏਸ਼ਨ ਹੋ ਜਾਏਗੀ ਕਿਉਂਕਿ ਜਜਮੈਂਟ ਆ ਗਈ। ਇਸ ਲਈ ਨੋਬਡੀ ਟੈਲਸ ਕਿ ਮੈਨੂੰ ਪ੍ਰੋਬਲਮ ਹੈ। ਅੱਜ ਦੀ ਡੇਟ 'ਚ ਵੀ ਇਹ ਹਿਡਨ ਡਿਜ਼ੀਜ਼ ਹੈ। ਜਿਹੜੀ ਸਾਡੀ ਫਿਜ਼ੀਕਲ ਡਿਜ਼ੀਜ਼ ਹੈ, ਵੀ ਆਰ ਓਪਨ ਟੂ ਟੈਲ 100 ਪੀਪਲ ਕਿ ਹਾਂਜੀ ਮੇਰੇ ਕੱਟ ਲੱਗਿਆ ਹੈ, ਅੱਜ ਮੈਂ ਇਹ ਹੈਗੀ, ਅੱਜ ਮੈਂ ਹਸਪੀਟਲ ਹਾਂ, ਅੱਜ ਮੇਰੀ ਪਿੱਠ ਦੀ ਦਿੱਕਤ ਹੈ। ਆਰ ਯੂ ਓਕੇ? ਮੇਰੇ ਅਕੋਰਡਿੰਗਲੀ ਲੈਟਸ ਟਰਾਈ ਟੂ ਅੰਡਰਸਟੈਂਡ ਕਿ ਉਹ ਬੰਦਾ ਕਿਸ ਤੋਂ ਨਿਕਲ ਰਿਹਾ। ਅਗਰ ਤੁਹਾਨੂੰ ਲੱਗ ਰਿਹਾ ਕਿ ਪਰਸਨ ਇਜ਼ ਨਾਟ ਵੈਲ, ਉਹਨੂੰ ਇੰਸਟੈਡ ਆਫ ਪੁੱਛੇ ਰੀਜ਼ਨ ਕੀ ਹੈ, ਜਸਟ ਇੱਕ ਜੱਫੀ ਪਾ ਦਿਓ, ਇੱਕ ਪਿਆਰ ਨਾਲ ਪੁੱਛ ਲਓ ਆਰ ਯੂ ਓਕੇ, ਦੈਟਸ ਇਟ। ਮੇਰਾ ਮੈਸੇਜ ਇਹ ਹੈ, ਕਿੱਥੋਂ ਵੀ ਅਸੀਂ ਕਰ ਸਕੀਏ, ਲੈਟਸ ਸਟਾਰਟ ਇਨ ਆਰ ਫੈਮਿਲੀ ਫਸਟ। ਆਪਣੇ ਪੜੋਸੀਆਂ ਨੂੰ ਪੁੱਛੀਏ, ਅਗਰ ਕਿਸੇ ਨੂੰ ਮਿਲਦੀ ਹੈ ਜਿਹੜੀ ਤੁਹਾਨੂੰ ਦੱਸਿਆ ਪਰਿਵਾਰ, ਇਹ ਤੁਹਾਨੂੰ ਇੱਕ ਬਹੁਤ ਸੈਟਿਸਫੈਕਸ਼ਨ ਦੇਗੀ, ਸ਼ਾਇਦ ਮਰਨ ਤੱਕ ਇਹ ਸੈਟਿਸਫੈਕਸ਼ਨ ਦੇਗੀ। ਇਟਸ ਨਾਟ ਈਗੋ ਨਹੀਂ ਦੇਗੀ ਤੁਹਾਨੂੰ, ਤੁਹਾਡੇ ਨਾਲ ਜਾਏਗੀ ਕਿ ਅਸੀਂ ਕਿਸੇ ਦੀ ਡਿਫਰੈਂਸ ਛੋਟਾ ਜਿਹਾ ਲੈ ਕੇ ਆਏ ਹਾਂ ਲਾਈਫ ਦੇ ਵਿੱਚ। ਬਸ ਮੇਰਾ ਮੈਸੇਜ ਇਹੀ ਹੈ, ਜਿੱਥੇ ਵੀ ਅਸੀਂ ਕਨੈਕਟ ਕਰ ਸਕੀਏ, ਲੈਟਸ ਡੂ ਇਟ ਔਰ ਜੱਫੀਆਂ ਪਾਈਏ। ਬੜਾ ਹੀ ਪਿਆਰਾ ਤੇ ਵਧੀਆ ਇਹਨਾਂ ਨੇ ਮੈਸੇਜ ਦਿੱਤਾ। ਇਸ ਪਰਿਵਾਰ ਨੂੰ ਅੱਜ ਇਸ ਮੰਚ ਤੇ ਲਿਆਉਣ ਦਾ ਸਾਡਾ ਮਕਸਦ ਹੀ ਇਹ ਸੀ ਕਿ ਤੁਸੀਂ ਜਾਣ ਸਕੋ ਕਿ ਅੱਜ ਦੇ ਦਿਨ ਦਾ ਅਸਲ ਦੇ ਵਿੱਚ ਮਕਸਦ ਹੈ ਕੀ ਹੈ। ਆਰ ਯੂ ਓਕੇ ਹੈ ਕੀ ਹੈ। ਆਰ ਯੂ ਓਕੇ ਪੋਸਟਾਂ ਪਾਉਣ ਦੇ ਨਾਲ ਸਾਡੀ ਜ਼ਿੰਮੇਵਾਰੀ ਖਤਮ ਨਹੀਂ ਕਰ ਦਿੰਦਾ ਹੈਗਾ। ਆਰ ਯੂ ਓਕੇ ਦਾ ਮਤਲਬ ਇਹੀ ਹੁੰਦਾ ਕਿ ਜਦੋਂ ਅਸੀਂ ਕਿਸੇ ਨੂੰ ਵੀ ਕਿਸੇ ਮੁਸੀਬਤ ਦੇ ਵਿੱਚ ਦੇਖਦੇ ਹਾਂ, ਅਸੀਂ ਜਾਈਏ, ਅਸੀਂ ਉਹਦੀ ਮੈਂਟਲੀ, ਫਿਜ਼ੀਕਲੀ, ਫਾਈਨੈਂਸ਼ੀਅਲੀ ਕਿਸੇ ਤਰ੍ਹਾਂ ਨਾਲ ਵੀ ਉਹਦੀ ਮਦਦ ਕਰ ਸਕੀਏ, ਤਾਂ ਅਸੀਂ ਉਹਦੇ ਨਾਲ ਜੁੜੀਏ ਤਦੋਂ ਤੱਕ ਜਦੋਂ ਤੱਕ ਉਹ ਵਾਕਈ ਓਕੇ ਨਹੀਂ ਹੋ ਜਾਂਦਾ। ਨਹੀਂ ਤਾਂ ਇਹ ਸ਼ਬਦ ਜਿਹੜੇ ਹੈਗੇ ਆ ਬੇਈਮਾਨ ਸ਼ਬਦ ਹੈਗੇ ਆ, ਬੇਈਮਾਨੇ ਸ਼ਬਦ ਹੈਗੇ ਆ, ਇਹਦਾ ਦਾ ਕੋਈ ਮਹੱਤਵ ਨਹੀਂ ਹੈ। ਪੋਸਟਾਂ ਪਾ ਕੇ ਅਸੀਂ ਆਪਣੇ ਆਪ ਨੂੰ ਜੇ ਵਿਹਲਾ ਕਰ ਲੈਂਦੇ ਤੇ ਸਾਨੂੰ ਇਹ ਮਹਿਸੂਸ ਕਰ ਲੈਂਦੇ ਹਾਂ ਜਾਂ ਇਸ ਅੱਜ ਦੇ ਦਿਨ ਅਸੀਂ ਬਹੁਤ ਇੱਕ ਵੱਡਾ ਪੁੰਨ ਦਾ ਕੰਮ ਕਰ ਲਿਆ ਹੈਗਾ ਕਿ ਆਰ ਯੂ ਓਕੇ ਇੱਕ ਲਿਖਤਾ ਹੈਗਾ ਤੇ ਲੋਕ ਸਾਨੂੰ ਇਸ ਚੀਜ਼ ਤੋਂ ਇਹ ਜੱਜ ਕਰਨ ਕਿ ਇਹ ਇਨਸਾਨ ਚੰਗਾ, ਇਹਦਾ ਕਿਰਦਾਰ ਚੰਗਾ ਹੈਗਾ। ਕਿਰਦਾਰ ਚੰਗਾ ਤਾਂ ਹੀ ਬਣਦਾ ਜਦੋਂ ਕਰਨੀ ਤੇ ਕਥਨੀ ਦੇ ਵਿੱਚ ਸੇਮ ਸ਼ਬਦ ਆ ਜਾਣ। ਜੋ ਅਸੀਂ ਕਹਿ ਰਹੇ ਹਾਂ ਉਹੀ ਅਸੀਂ ਕਰ ਰਹੇ ਹਾਂ। ਕਿਰਦਾਰ ਚੰਗਾ ਕਦੀ ਉਸ ਤਰ੍ਹਾਂ ਨਹੀਂ ਬਣ ਸਕਦਾ ਜੇ ਕਹਿ ਮੈਂ ਕੁਛ ਹੋਰ ਰਿਹਾ ਹੋਵਾਂ ਤੇ ਮੇਰੀ ਕਰਨੀ ਦੇ ਵਿੱਚ ਕੁਛ ਹੋਰ ਹੋਵੇ। ਸੋ ਅੱਜ ਦੇ ਦਿਨ ਇਹਨਾਂ ਪਰਿਵਾਰ ਨੂੰ ਲੈ ਕੇ ਆਉਣ ਦਾ ਸਾਡਾ ਮਕਸਦ ਇਹੀ ਸੀਗਾ ਕਿ ਆਰ ਯੂ ਓਕੇ ਸੱਚ ਕੀ ਹੈਗਾ। ਸੋ ਤੁਸੀਂ ਵੀ ਜਦੋਂ ਵੀ ਕਿਸੇ ਨੂੰ ਆਰ ਯੂ ਓਕੇ ਪੁੱਛੋ ਤਾਂ ਇੱਥੇ ਪੁੱਛਣ ਤੋਂ ਬਾਅਦ ਆਪਣੀ ਜ਼ਿੰਮੇਵਾਰੀ ਨੂੰ ਖਤਮ ਨਾ ਸਮਝੋ, ਉੱਥੋਂ ਤੁਹਾਡੀ ਜ਼ਿੰਮੇਵਾਰੀ ਸ਼ੁਰੂ ਹੁੰਦੀ ਹੈ। ਜਲਦੀ ਮਿਲਦੇ ਹਾਂ ਜੀ ਤੁਹਾਨੂੰ ਇੱਕ ਨਵੇਂ ਸ਼ਖਸ ਦੇ ਨਾਲ, ਨਵੀਂ ਸਟੋਰੀ ਦੇ ਨਾਲ। ਤਦ ਤੱਕ ਦੋ ਇਜਾਜ਼ਤ, ਸਤਿ ਸ਼੍ਰੀ ਅਕਾਲ ਜੀ।